ਨਿਊਜ਼ 18 पंजाब हरियाणा हिमाचल ਤੇ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਮੈਂ ਹਾਂ ਯਾਦਵਿੰਦਰ ਸਿੰਘ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬੀਜੇਪੀ ਦੇ ਰਿਸ਼ਤੇ ਨੂੰ 9 ਮਾਸ ਦਾ ਰਿਸ਼ਤਾ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ, ਲਗਾਤਾਰ ਕਹਿੰਦੇ ਰਹੇ ਨੇ, ਪਰ ਪਿਛਲੇ ਦਿਨਾਂ ਤੋਂ ਲਗਾਤਾਰ ਕੁਝ ਨਾ ਕੁਝ ਗੜਬੜਾਂ ਹੁੰਦੀਆਂ ਰਹੀਆਂ। ਦਿੱਲੀ 'ਚ ਜਦੋਂ ਚੋਣਾਂ ਸੀ, ਦਿੱਲੀ ਵਿਧਾਨ ਸਭਾ ਚੋਣਾਂ, ਉਦੋਂ ਅਕਾਲੀ ਦਲ ਨੇ ਕਿਹਾ ਕਿ ਸਾਡੇ ਤੇ NRC ਨੂੰ ਲੈ ਕੇ, CAA ਨੂੰ ਲੈ ਕੇ ਸਟੈਂਡ ਲੈਣ ਦਾ ਜੋ ਮਸਲਾ ਉਹਦੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ, ਇਸੇ ਕਰਕੇ ਸਾਡਾ ਸੀਟਾਂ ਦਾ ਸਮਝੌਤਾ ਨਹੀਂ ਹੋਇਆ। ਹਰਿਆਣੇ ਦੇ ਅੰਦਰ ਫਿਰ ਗੜਬੜ ਆਈ, ਹਰਿਆਣੇ 'ਚ ਵੀ ਚੋਣਾਂ ਸੀ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੀ ਰੈਲੀ 'ਚ ਬੋਲੇ ਕਿ ਦੇਸ਼ ਦੇ ਅੰਦਰ ਧਰਮ ਨਿਰਪੱਖਤਾ ਬੜੀ ਜ਼ਰੂਰੀ ਹੈ, ਮਿਨੋਰਿਟੀਆਂ ਸੇਫ ਮਹਿਸੂਸ ਕਰਨੀਆਂ ਚਾਹੀਦੀਆਂ ਨੇ। ਹੁਣ ਅਕਾਲੀ ਦਲ 7 ਜੁਲਾਈ ਨੂੰ ਧਰਨਾ ਦੇਣ ਜਾ ਰਿਹਾ ਹੈਗਾ ਪੈਟਰੋਲ ਤੇ ਡੀਜ਼ਲ ਦੇ ਮਸਲੇ ਤੇ ਪੈਟਰੋਲ ਤੇ ਡੀਜ਼ਲ ਸਿੱਧੇ ਤੌਰ ਦੇ ਉੱਤੇ ਸੈਂਟਰ ਗਵਰਨਮੈਂਟ ਦਾ ਮਸਲਾ। ਹਾਲਾਂਕਿ ਸਟੇਟ ਗਵਰਨਮੈਂਟ ਵੀ ਵੈਟ ਲਾਉਂਦੀ ਹੈ, ਸਟੇਟ ਗਵਰਨਮੈਂਟ ਨਾਲ ਵੀ ਤੇਲ ਮਹਿੰਗਾ ਹੁੰਦਾ, ਪਰ ਸੈਂਟਰ ਦਾ ਅਹਿਮ ਮਸਲਾ ਇਹ। ਪ੍ਰਕਾਸ਼ ਸਿੰਘ ਬਾਦਲ ਦਾ ਵੀ ਜਦੋਂ ਇਹ ਫੈਸਲਾ ਅਕਾਲੀ ਦਲ ਲੈਂਦਾ, ਉਸ ਤੋਂ ਪਹਿਲਾਂ ਇੱਕ ਸਟੇਟਮੈਂਟ ਆਉਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕੀ ਕਿਹਾ ਸੀ ਤੁਹਾਨੂੰ ਉਹ ਵੀ ਦਿਖਾਉਂਦੇ ਆ, ਗ੍ਰਾਫਿਕਸ ਦਿਖਾਉਂਦੇ ਆ, ਇੱਕ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾਉਂਦੇ ਆ ਕਿ ਕਹਾਣੀ ਕੀ ਹੈ ਔਰ ਕੀ ਹੋਣ ਜਾ ਰਿਹਾ, ਔਰ ਅਕਾਲੀ ਦਲ ਕਿਉਂ ਇਸ ਤਰ੍ਹਾਂ ਦੇ ਤਰੀਕੇ ਦੀ ਰਣਨੀਤੀ ਤੇ ਰਾਜਨੀਤੀ ਕਰ ਰਿਹਾ ਹੈਗਾ, ਜਾਂ ਅਕਾਲੀ ਦਲ ਦੀ ਰਣਨੀਤੀ ਜਿਹੀ ਕਿਉਂ ਆ। ਅਕਾਲੀ ਦਲ ਦੇ ਸੀਨੀਅਰ ਲੀਡਰ ਸਾਡੇ ਨਾਲ ਹੋਣਗੇ, ਪਰ ਗ੍ਰਾਫਿਕ ਇੱਕ ਦੇਖ ਲਓ। 7 ਜੁਲਾਈ ਨੂੰ ਅਕਾਲੀ ਦਲ ਪੈਟਰੋਲ ਡੀਜ਼ਲ ਤੇ ਧਰਨਾ ਦੇਵੇਗਾ ਤੇ ਪੈਟਰੋਲ ਡੀਜ਼ਲ ਜਿਵੇਂ ਅਸੀਂ ਸਮਝਾਇਆ ਸਟੇਟ ਵੀ ਮਹਿੰਗੀ ਕਰਦੀ ਹੈ, ਪਰ ਮੋਸਟਲੀ ਉਹ ਸੈਂਟਰ ਦੇ ਹੱਥ ਹੁੰਦਾ। ਨੀਲੇ ਕਾਰਡਾਂ ਦਾ ਮੁੱਦਾ ਵੀ ਚੁੱਕਿਆ ਅਕਾਲੀ ਦਲ, ਸਟੇਟ ਦਾ ਮਸਲਾ ਇਸੇ ਧਰਨੇ ਦੇ ਅੰਦਰ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਅਹਿਮ ਸਟੇਟਮੈਂਟ ਆਉਂਦੀ ਹੈ, ਧਰਮ ਨਿਰਪੱਖ ਲੋਕ ਰਾਜ ਨੂੰ ਬਚਾਉਣਾ ਸਰਹੱਦਾਂ ਦੀ ਰਾਖੀ ਜਿੰਨਾ ਜ਼ਰੂਰੀ ਹੈ, ਜਿੰਨੀ ਸਰਹੱਦਾਂ ਦੀ ਰਾਖੀ ਜ਼ਰੂਰੀ ਹੈ ਉਨਾ ਹੀ ਹੈ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਫੈਡਰਲ ਢਾਂਚਾ ਹੀ ਇੱਕ ਹੱਲ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਇਹ ਸਟੇਟਮੈਂਟ ਆ। ਪ੍ਰੈਸ ਨੋਟ ਜਾਰੀ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ, ਧਰਮ ਨਿਰਪੱਖਤਾ ਤੇ ਲੋਕਤੰਤਰ ਦੀ ਰਾਖੀ ਹਰ ਦਿਨ ਹਰ ਸਮੇਂ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਨਹੀਂ ਹੋ ਰਹੀ। ਐਮਰਜੈਂਸੀ ਦੇ ਸੰਦਰਭ 'ਚ ਇਹ ਬਿਆਨ ਆ ਰਿਹਾ ਸੀਗਾ। ਐਮਰਜੈਂਸੀ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ ਬਿਆਨਾਂ ਦੇ ਮਸਲੇ 'ਚ ਇਹ ਕਿਹਾ ਜਾਂਦਾ ਕਿ ਨਹੀਂ ਤਾਂ ਦਿੰਦੇ ਨਹੀਂ, ਜੇ ਦਿੰਦੇ ਨੇ ਤਾਂ ਉਹਦੇ ਬਹੁਤ ਅਰਥੀ ਮਤਲਬ ਹੁੰਦੇ ਨੇ, ਕੋਈ ਇੱਕ ਮਤਲਬ ਉਹਦਾ ਨਹੀਂ ਕੱਢਿਆ ਜਾ ਸਕਦਾ। ਔਰ ਪ੍ਰਕਾਸ਼ ਸਿੰਘ ਬਾਦਲ ਦੀ ਜੋ ਸਿਆਸੀ ਦਿਖ ਰਹੀ ਹੈ ਉਹ ਇਸ ਮਸਲੇ ਦੇ ਅੰਦਰ ਬਿਆਨ ਕਰਦੀ ਹੈ। ਸਾਡੇ ਨਾਲ ਇਸ ਮਸਲੇ ਦੇ ਉੱਤੇ ਗੈਸਟ ਜੁੜ ਚੁੱਕੇ ਨੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਜੁੜ ਚੁੱਕੇ ਨੇ। ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਪ੍ਰਧਾਨ ਰਜਿੰਦਰ ਭੰਡਾਰੀ ਜੁੜ ਚੁੱਕੇ ਨੇ। ਸਾਡੇ ਨਾਲ ਕਾਂਗਰਸ ਪਾਰਟੀ ਤੋਂ ਕੈਬਨਿਟ ਰੈਂਕ ਰੱਖਣ ਵਾਲੇ ਰਾਜਕੁਮਾਰ ਵੇਰਕਾ ਸਾਡੇ ਨਾਲ ਹੋਣਗੇ। ਸਭ ਤੋਂ ਪਹਿਲਾ ਸਵਾਲ ਸ਼੍ਰੋਮਣੀ ਅਕਾਲੀ ਦਲ ਨੂੰ, ਕਿਉਂਕਿ ਧਰਨਾ ਸ਼੍ਰੋਮਣੀ ਅਕਾਲੀ ਦਲ ਦਾ। ਵਲਟੋਹਾ ਜੀ, ਪ੍ਰਕਾਸ਼ ਸਿੰਘ ਬਾਦਲ ਦਾ ਜੋ ਅਕਾਲੀ ਦਲ ਸਟੈਂਡ ਲੈਂਦਾ ਕਿ ਅਸੀਂ ਇਸ ਮਸਲੇ ਦੇ ਉੱਤੇ ਪ੍ਰੋਟੈਸਟ ਕਰਾਂਗੇ, ਬਿਜਲੀ ਤੇ ਪੈਟਰੋਲ ਦੇ ਮਸਲੇ ਤੇ ਸਿਕੰਦਰ ਸਿੰਘ ਮਲੂਕਾ ਦੀ ਸਟੇਟਮੈਂਟ ਆਉਂਦੀ ਹੈ, ਸੁਖਬੀਰ ਬਾਦਲ ਵੀ ਦਿੰਦੇ ਨੇ। ਉਸ ਤੋਂ ਥੋੜਾ ਜਿਹਾ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਹੁੰਦਾ ਕਿ ਜਿੰਨੀ ਸਰਹੱਦਾਂ ਦੀ ਰੱਖਿਆ ਜ਼ਰੂਰੀ ਹੈ ਉਨੀ ਹੀ ਦੇਸ਼ ਦੀ ਧਰਮ ਨਿਰਪੱਖਤਾ ਜ਼ਰੂਰੀ ਹੈ। ਕੀ ਲੋੜ ਪਈ ਤੁਹਾਨੂੰ, ਕਿਉਂਕਿ ਬੀਜੇਪੀ ਨੇ ਤਾਂ ਬਹੁਤ ਸਾਰੇ ਫੈਸਲੇ ਇਹੋ ਜਿਹੇ ਲੈਂਦੀ ਹੈ, ਤੁਸੀਂ ਆਮ ਤੌਰ ਤੇ ਧਰਨੇ ਜਦੋਂ ਤੁਹਾਡਾ ਗੱਠਜੋੜ ਹੁੰਦਾ ਨਹੀਂ ਦਿੰਦੇ, ਪੈਟਰੋਲ ਡੀਜ਼ਲ ਦੇ ਉੱਤੇ ਧਰਨਾ ਦੇਣ ਦੀ ਅਕਾਲੀ ਦਲ ਨੂੰ ਕਿਉਂ ਲੋੜ ਪਈ? ਦੇਖੋ ਯਾਦਵਿੰਦਰ, ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਮਾਣ ਹੈ ਕਿ ਲੋਕਾਂ ਦੇ ਮੁੱਦਿਆਂ ਵਾਸਤੇ, ਲੋਕਾਂ ਦੇ ਮਸਲਿਆਂ ਵਾਸਤੇ ਹਮੇਸ਼ਾ ਅੱਗੇ ਹੋ ਕੇ ਨੇ ਲੜਾਈ ਲੜੀ ਹੈ। ਹਮੇਸ਼ਾ ਹੀ ਜਿੱਥੇ ਲੋਕਾਂ ਦੇ ਮਸਲੇ ਆਉਣਗੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਉਠਾਈ ਹੈ, ਆਵਾਜ਼ ਬੁਲੰਦ ਕੀਤੀ ਹੈ। ਔਰ ਅੱਜ ਜਿਸ ਕਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਜਿਹੜੀ ਇੱਕ ਸਮੁੱਚੀ ਜਿਹੜੀ ਸਾਡੇ ਭਾਰਤ ਦੀ ਵਸੋਂ ਹੈ ਉਹਨੂੰ ਪ੍ਰਭਾਵਿਤ ਕਰਦੀਆਂ ਨੇ, ਔਰ ਖਾਸ ਕਰਕੇ ਕਿਸਾਨੀ ਨੂੰ ਪ੍ਰਭਾਵਿਤ ਕਰਦੀਆਂ ਨੇ, ਟਰਾਂਸਪੋਰਟੇਸ਼ਨ ਨੂੰ ਪ੍ਰਭਾਵਿਤ ਕਰਦੀਆਂ ਨੇ। ਟਰਾਂਸਪੋਰਟੇਸ਼ਨ ਦੇ ਨਾਲ ਹੀ ਸਾਡੀਆਂ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਜੁੜੀਆਂ ਹੋਈਆਂ ਨੇ, ਉਹ ਮਹਿੰਗਾਈ ਵੱਧਦੀ ਹੈ। ਇੰਡਸਟਰੀ ਦੇ ਉੱਤੇ ਇਹਦਾ ਮਾੜਾ ਪ੍ਰਭਾਵ ਪੈਂਦਾ ਹੈ, ਦਿਨੋਂ ਦਿਨ ਕੀਮਤਾਂ। ਔਰ ਉਸ ਸਮੇਂ ਕੀਮਤਾਂ ਦੇ ਵਿੱਚ ਏਡੇ ਵੱਡੇ ਪੱਧਰ ਤੇ ਵਾਧਾ ਜਦੋਂ COVID-19 ਚੱਲ ਰਿਹਾ ਹੋਵੇ, ਜਦੋਂ ਮਹਾਮਾਰੀ ਚੱਲ ਰਹੀ ਹੋਵੇ, ਕਰੋਨਾ ਚੱਲ ਰਹੀ ਹੋਵੇ, ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਹੋਣ ਜਾਂ ਨਾ ਦੇ ਬਰਾਬਰ ਰਹਿ ਗਏ ਹੋਣ, ਉਸ ਸਮੇਂ ਇਹ ਜਿਹੜੀਆਂ ਸਾਡੀਆਂ ਪੈਟਰੋਲੀਅਮ ਵਸਤਾਂ ਨੇ, ਜਿਹੜੀਆਂ ਡੀਜ਼ਲ ਤੇ ਪੈਟਰੋਲ ਹੈ, ਉਹਦੇ ਵਿੱਚ ਜਿਸ ਕਦਰ ਵਾਧਾ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ, ਇਸ ਕਰਕੇ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ, ਮੇਰਾ ਖਿਆਲ ਕਿ ਸਮੁੱਚੇ ਭਾਰਤ ਵਾਸੀ ਮਹਿਸੂਸ ਕਰਦੇ ਹੈ, ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ। ਮੇਰਾ ਖਿਆਲ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋਏ ਲੋਕ ਵੀ, ਅੱਜ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋਏ ਲੋਕ ਵੀ, ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਨੇ, ਕਾਂਗਰਸ ਦੇ ਆਗੂ ਨੇ ਪੰਜਾਬ ਦੇ ਅੰਦਰ, ਅੱਜ ਉਹ ਵੀ ਮਹਿਸੂਸ ਕਰਦੇ ਨੇ ਕਿ ਪੰਜਾਬ ਦੇ ਅੰਦਰ ਜਿਸ ਕਦਰ ਜੇ ਕੇਂਦਰੀ ਸਰਕਾਰ ਦੇ ਪੈਟਰੋਲੀਅਮ ਡਿਪਾਰਟਮੈਂਟ ਨੇ ਇਹ ਕੀਮਤਾਂ 'ਚ ਵਾਧਾ ਕੀਤਾ ਹੈ,
ਉੱਥੇ ਪੰਜਾਬ ਸਰਕਾਰ ਨੇ ਜਿਹੜਾ ਬਹੁਤ ਵੱਡਾ ਜਿਹੜਾ ਆਰਥਿਕ ਬੋਝ ਹੈ ਪੈਟਰੋਲ ਤੇ ਡੀਜ਼ਲ ਦੇ ਉੱਤੇ ਵੈਟ ਵਧਾ ਕੇ ਜਿਸ ਕਦਰ ਵੈਟ ਕਲੈਕਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੀ, ਉਹ ਹਰ ਕੋਈ ਮਹਿਸੂਸ ਕਰਦਾ ਕਿ ਇਹ ਧੱਕਾ ਆ, ਜੀ ਬੇਇਨਸਾਫੀ ਹੈ। ਜਦੋਂ ਕਿ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਸੀ, ਉਸ ਸਮੇਂ ਕੇਂਦਰ ਦਾ ਜੇ ਵਿਲਟੋਆ ਜੀ, ਜੇ ਕੇਂਦਰ ਦਾ ਕੋਈ ਹੋਰ ਫੈਸਲਾ ਵੀ ਤੁਹਾਨੂੰ ਲੱਗੇਗਾ ਲੋਕ ਵਿਰੋਧੀ ਹੈ, ਕਿ ਆਉਣ ਵਾਲੇ ਦਿਨਾਂ 'ਚ ਅਸੀਂ ਉੱਤੇ ਵੀ ਪ੍ਰੋਟੈਸਟ ਦੇਖ ਸਕਦੇ ਹਾਂ? ਜੇ ਇਹ ਲੱਗੇਗਾ ਤੁਹਾਨੂੰ, ਅਕਾਲੀ ਦਲ ਨੂੰ ਲੱਗੇਗਾ ਕਿ ਇਹ ਲੋਕ ਵਿਰੋਧੀ ਹੈ, ਜਿਵੇਂ ਤੁਹਾਨੂੰ ਲੱਗ ਰਿਹਾ ਪੈਟਰੋਲ ਤੇ ਡੀਜ਼ਲ, ਔਰ ਪੈਟਰੋਲ ਤੇ ਡੀਜ਼ਲ ਦੇ ਪੂਰੇ ਦੇਸ਼ 'ਚ ਪ੍ਰਦਰਸ਼ਨ ਹੋ ਰਹੇ ਨੇ? ਯਾਦਵਿੰਦਰ, ਮੈਂ ਤਾਂ ਪਹਿਲਾਂ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੇ ਮਸਲੇ ਔਰ ਪੰਜਾਬ ਦੇ ਮਸਲੇ ਜਿਹੜੇ ਨੇ, ਜਿੱਥੇ ਵੀ ਕਿਤੇ ਪੰਜਾਬ ਦੇ ਨਾਲ ਧੱਕਾ ਹੋਏਗਾ, ਲੋਕਾਂ ਨਾਲ ਧੱਕਾ ਹੋਏਗਾ, ਕਿਸੇ ਵੀ ਵਰਗ ਨਾਲ ਧੱਕਾ ਹੋਏਗਾ, ਉੱਥੇ ਕੋਈ ਵੀ ਹੋਵੇ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜਾ ਵਿਰੋਧ ਦਾ ਪ੍ਰਗਟਾਵਾ ਜਿਹੜਾ ਉਹ ਕਰੇਗਾ। ਔਰ ਇਸੇ ਕਰਕੇ ਹੀ ਭਾਵੇਂ ਅੱਜ ਅਸੀਂ ਕੇਂਦਰੀ ਸਰਕਾਰ ਦੇ ਵਿੱਚ ਭਾਈਵਾਲ ਹੈ, ਪਰ ਜਿਸ ਕਦਰ ਰੇਟ ਵਧਾਏ ਗਏ ਨੇ ਤੇ ਉਹ ਤੁਸੀਂ ਮਹਿਸੂਸ ਕਰਦੇ, ਅਸੀਂ ਮਹਿਸੂਸ ਕਰਦੇ ਹਾਂ, ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਐਨਡੀਏ ਦੇ ਨਾਲ ਸੰਬੰਧਿਤ ਜਿੰਨੇ ਵੀ ਲੋਕ ਨੇ ਉਹ ਵੀ ਮਹਿਸੂਸ ਕਰਦੇ ਕਿ ਇਸ ਕਦਰ ਜਿਹੜੇ ਆ ਰੇਟ ਨਹੀਂ ਸੀ ਵਧਣੇ ਚਾਹੀਦੇ। ਔਰ ਪੰਜਾਬ ਸਰਕਾਰ ਜਿਹੜੀ ਕਾਂਗਰਸ ਪਾਰਟੀ ਚਲਾ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਚਲਾ ਰਹੇ ਨੇ, ਔਰ ਜਿਸ ਕਦਰ ਪੰਜਾਬ ਦੇ ਅੰਦਰ ਵੈਟ ਵਧਾਇਆ ਗਿਆ ਹੈ, ਤੁਸੀਂ ਦੇਖੋ 2 ਰੁਪਏ 70 ਪੈਸੇ ਵੈਟ ਵਧਾ ਦਿੱਤਾ ਗਿਆ ਕਰੋਨਾ ਦੇ ਦੌਰਾਨ ਹੀ ਪੰਜਾਬ ਸਰਕਾਰ ਵੱਲੋਂ, 2 ਰੁਪਏ 70 ਪੈਸੇ, ਔਰ 1.5 ਰੁਪਇਆ ਜਿਹੜਾ ਆ ਉਹ ਪੈਟਰੋਲ ਦੇ ਉੱਤੇ ਵਧਾ ਦਿੱਤਾ ਗਿਆ। ਔਰ ਜਦੋਂ ਜਿਹੜਾ ਆ ਪੈਟਰੋਲੀਅਮ ਡਿਪਾਰਟਮੈਂਟ, ਕੇਂਦਰੀ ਡਿਪਾਰਟਮੈਂਟ ਵੱਲੋਂ ਜਦੋਂ ਰੇਟ ਵਧਾਏ ਜਾਂਦੇ ਨੇ ਤੇ ਇਹਨਾਂ ਦੇ ਰੇਟ ਵੀ ਆਪਣੇ ਆਪ ਵੱਧ ਜਾਂਦੇ ਨੇ, ਉਹਦਾ ਇਹਨਾਂ ਨੂੰ ਉਹਦਾ ਵੀ ਵਾਧਾ ਮਿਲਦਾ ਆ। ਇਸ ਕਰਕੇ ਜਿਹੜੀ ਹੈ ਬੜੀ ਦੁੱਖ ਦੀ ਗੱਲ ਹੈ, ਸਾਡੀ ਤੇ ਦੋਨਾਂ ਸਰਕਾਰਾਂ ਨੂੰ ਅਪੀਲ ਹੈ। ਬਿਲਕੁਲ ਬਿਲਟੋਆ ਜੀ, ਤੁਹਾਡੇ ਕੋਲ ਵਾਪਸ ਆਉਨੇ ਆ, ਚਰਚਾ ਆਪਣੀ ਜਾਰੀ ਹੈ। ਸਾਡੇ ਨਾਲ ਅਜਿੰਦਰ ਭੰਡਾਰੀ ਬੀਜੇਪੀ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਲੀਡਰ ਜੁੜੇ ਹੋਏ ਨੇ, ਸਾਡੇ ਨਾਲ ਰਾਜਕੁਮਾਰ ਵੇਰਕਾ ਵੀ ਨੇ, ਕਾਂਗਰਸ ਕੈਬਨਿਟ ਰੈਂਕ ਰੱਖਣ ਵਾਲੇ। ਸਭ ਤੋਂ ਪਹਿਲਾ ਸਵਾਲ ਭੰਡਾਰੀ ਜੀ ਨੂੰ। ਭੰਡਾਰੀ ਜੀ, ਪਿਛਲੇ ਦਿਨਾਂ 'ਚ ਤੁਸੀਂ ਕਹਿ ਰਹੇ ਸੀ ਵਿਰੋਧੀਆਂ ਨੇ ਵਿਰੋਧ ਕਰਨਾ ਹੀ ਹੁੰਦਾ, ਤੁਹਾਡਾ ਗੱਠਜੋੜ ਤੁਹਾਡਾ ਵਿਰੋਧ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ 7 ਤਰੀਕ ਨੂੰ ਜੋ ਫੈਸਲਾ ਕੇਂਦਰ ਸਰਕਾਰ ਦਾ, ਜੋ ਪੈਟਰੋਲ ਡੀਜ਼ਲ ਦੇ ਰੇਟ ਵਧੇ ਨੇ, ਇਹਦੇ ਖਿਲਾਫ ਧਰਨਾ ਦੇਣ ਜਾ ਰਿਹਾ ਹੈ ਪੰਜਾਬ ਦੀਆਂ ਸੜਕਾਂ ਦੇ ਉੱਤੇ, ਯਾਨੀ ਬੀਜੇਪੀ ਦੇ ਖਿਲਾਫ। ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਪੰਜਾਬ ਸਰਕਾਰ ਦੇ ਵੀ ਹੈ ਜੀ ਦਰਸ਼ਕਾਂ ਨੂੰ ਬਹੁਤ ਬਹੁਤ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਦੇਖੋ ਏਦਾਂ ਹੈ ਕਿ ਜੀ ਜਿਹੜੀ ਨਾ ਆਪੋਜੀਸ਼ਨ ਹੈ ਨਾ, ਮੈਂ ਅਕਾਲੀ ਦਲ ਨੂੰ ਵੀ ਲਊਂਗਾ, ਜਿਹੜੀ ਆਪੋਜੀਸ਼ਨ ਹੈ ਉਹ ਮੁੱਦਾ ਵਹੀਨ ਹੈ ਇਸ ਵੇਲੇ। ਪਿਛਲੇ 6 ਸਾਲਾਂ ਤੋਂ ਮੋਦੀ ਗਵਰਨਮੈਂਟ ਦੇ ਕਾਰਜਕਾਲ ਦੇ ਵਿੱਚ ਸਾਰੀ ਆਪੋਜੀਸ਼ਨ ਨੂੰ, ਕਾਂਗਰਸ ਤੋਂ ਲੈ ਕੇ ਥੱਲੇ ਤੱਕ ਕੋਈ ਮੁੱਦਾ ਹੀ ਨਹੀਂ ਲੱਭਦਾ, ਔਰ ਇਸ ਕਾਰਨ ਜਾਂਦੇ ਜਾਂਦੇ ਕੋਈ ਹੱਥ ਲੱਗ ਜਾਵੇ। ਅਕਾਲੀ ਦਲ ਆਪੋਜੀਸ਼ਨ ਹੈ, ਅਕਾਲੀ ਦਲ ਨੂੰ ਆਪੋਜੀਸ਼ਨ ਮੰਨਦੇ ਹੋ ਤੁਸੀਂ ਭੰਡਾਰੀ ਜੀ? ਆ ਰਹੇ ਸਰ ਯਾਦਵਿੰਦਰ ਜੀ, ਆ ਰਹੇ। ਸੋ ਕੁੱਲ ਮਿਲਾ ਕੇ ਜਿਹੜੀ ਦੇਸ਼ ਦੀ ਸਥਿਤੀ ਪਰਿਸਥਿਤੀ ਹੈ, ਜਿਹੜੀ ਆਪੋਜੀਸ਼ਨ ਦੀ ਗੱਲ ਕੀਤੀ ਜਾਂਦੀ ਹੈ, ਆਪੋਜੀਸ਼ਨ ਕੋ ਨਾ ਪਿਛਲੇ 5 ਸਾਲ ਕੋਈ ਮੁੱਦਾ ਛੱਡਿਆ ਸੀ ਮੋਦੀ ਸਾਹਿਬ ਨੇ, ਨਾ ਹੁਣ ਛੱਡਿਆ। ਔਰ ਇੱਕ ਗੱਲ ਮੈਂ ਸਪਸ਼ਟ ਕਹਿ ਦਵਾਂ ਜੇ ਕਿ ਮੈਂ ਇਹਦੇ ਹੱਲ ਵਾਸਤੇ ਵੀ ਬਾਅਦ ਚ ਗੱਲ ਕਰੂੰਗਾ, ਇਹ ਪੈਟਰੋਲੀਅਮ ਦੇ ਪ੍ਰਾਈਸਿਸ ਹੀ ਕਿਉਂ ਨਜ਼ਰ ਆਉਂਦੇ ਆ? ਇਹ ਕੋਵਿਡ ਦੇ ਵਿੱਚ ਕਰੋੜਾਂ ਲੋਕਾਂ ਨੂੰ ਜੋ ਰਾਹਤ ਦਿੱਤੀ ਗਈ ਹੈ ਉਹ ਕਿੱਥੋਂ ਆਣੀ ਹੈ? ਮੈਨੂੰ ਦੱਸੋ, ਜੇ ਮੋਦੀ ਜੀ 20 ਲੱਖ ਕਰੋੜ ਰੁਪਏ ਦਾ ਪੈਕੇਜ ਅਨਾਉਂਸ ਕਰਦੇ ਔਰ ਜੇ 80 ਕਰੋੜ ਅੱਜ ਜਿਹੜਾ ਹੋਇਆ 80 ਕਰੋੜ ਗਰੀਬ ਪਰਿਵਾਰਾਂ ਨੂੰ, 80 ਕਰੋੜ ਦਾ ਮਤਲਬ ਟੋਟਲ ਸਾਡੀ ਜਨਸੰਖਿਆ 130 ਕਰੋੜ, ਔਰ 80 ਕਰੋੜ ਦੀ ਜਨਸੰਖਿਆ ਨੂੰ ਅਸੀਂ 5 ਹੋਰ ਮਹੀਨੇ ਫ੍ਰੀ ਅਨਾਜ ਦੇ ਰਹੇ ਹਾਂ, ਤੇ ਉਹ ਫਾਈਨਾਂਸਿਸ ਕਿੱਥੋਂ ਆਣੇ ਜੀ? ਇਹ ਤਾਂ ਐਵੇਂ ਗੱਲ ਕਰ ਰਹੇ ਆ ਕਿ ਪੈਟਰੋਲ ਐਵੇਂ ਵਧਾਈ ਜਾਂਦੇ ਆ ਜੀ, ਕਰਦੇ ਕੁਛ ਨਹੀਂ ਆ। ਉਹ ਟਾਈਮ ਹੁੰਦਾ ਸੀ ਕਾਂਗਰਸ ਦਾ ਜਦ ਪੈਟਰੋਲ ਵੀ ਵਧਾਉਂਦੇ ਸੀ, ਕਰਪਸ਼ਨ ਵੀ ਕਰਦੇ ਸੀ, ਆਪ ਹੀ ਕੋਲਿਆਂ ਦੀਆਂ ਖਾਨਾਂ ਲਈ ਜਾਂਦੇ ਸੀ। ਇਸ ਕਾਰਨ ਇਦਾਂ ਨਹੀਂ ਹੁੰਦਾ, ਕਿਸੇ ਚੀਜ਼ ਨੂੰ ਆਈਸੋਲੇਸ਼ਨ ਚ ਲੈਣਾ ਨਹੀਂ ਹੁੰਦਾ, ਇਹ ਟੋਟੈਲਿਟੀ ਚ ਲੈਣਾ ਹੁੰਦਾ। ਅਕਾਲੀ ਦਲ ਨੂੰ ਆਪੋਜੀਸ਼ਨ ਕਿਉਂ ਕਹਿ ਰਹੇ ਹੋ? ਸਾਰੇ ਕਲੀਅਰ ਕਰੋ ਥੋੜਾ, ਤੁਸੀਂ ਅਕਾਲੀ ਦਲ ਤੇ ਤੁਹਾਡਾ ਗੱਠਜੋੜ ਆ। ਹਾਂ, ਮੈਂ ਉਹ ਵੀ ਕਰ ਰਹੀ ਹਾਂ, ਅਕਾਲੀ ਦਲ ਦੀ ਮੈਂ ਆਨਾ ਨਹੀਂ ਸਰ, ਮੈਂ ਉਹਨੂੰ ਆਪੋਜੀਸ਼ਨ ਨਹੀਂ ਕਹਿ ਰਿਹਾ, ਮੈਂ ਉੱਤੇ ਆਨਾ, ਮੈਂ ਕਿਹਾ ਸੀ ਮੈਂ ਆਨਾ ਵੀ ਉਹਨੂੰ ਇਹਨਾਂ ਆਈਸੋਲੇਸ਼ਨ ਲੈ ਕੇ ਦੱਸੇ ਪੈਟਰੋਲ ਵੱਧ ਗਿਆ। ਜੇ ਪੈਟਰੋਲ ਵੱਧ ਗਿਆ ਤੇ ਕਿੰਨਾ ਕੁਝ ਮੋਦੀ ਸਾਹਿਬ ਨੇ ਕੋਵਿਡ ਚ ਵੀ, ਕੋਵਿਡ ਤੋਂ ਪਹਿਲਾਂ ਵੀ ਫ੍ਰੀ ਗੈਸ ਸਿਲੰਡਰ, ਲੋਕਾਂ ਦੇ ਟਾਇਲਟਸ ਬਣਾਤੇ, ਸਵੱਛਤਾ ਨਾਲ
ਉਹਦੇ ਨਾਲ ਕੁੱਲ ਮਿਲਾ ਕੇ 18,000 ਪਿੰਡ ਜਿਹੜੇ ਬਚੇ ਸੀ ਉਹਨਾਂ 'ਚ ਇਲੈਕਟ੍ਰਿਸਿਟੀ ਦੇਤੀ ਔਰ ਹੁਣ ਕੋਵਿਡ 'ਚ ਆ ਕੇ ਆਪਣੇ ਆਪ ਨੂੰ ਆਤਮ ਨਿਰਭਰ ਕਰਨ ਵਾਸਤੇ ਕਿੱਡੇ ਪੈਕੇਜ ਦਾ ਅਨਾਉਂਸਮੈਂਟ ਕੀਤੀ ਹੈ। ਅੱਜ ਇਹ ਗੱਲ ਤੁਸੀਂ ਵਿਰੋਧੀਆਂ ਨੂੰ ਕਿਵੇਂ ਜਚਾਓਗੇ ਜੇ ਤੁਹਾਡੇ ਗੱਠਜੋੜ ਨੂੰ ਨਹੀਂ ਜਚ ਰਹੀ, ਉਹਨਾਂ ਨੂੰ ਲੱਗਦਾ ਕਿ ਇਹ ਫੈਸਲਾ ਠੀਕ ਨਹੀਂ ਹੈ, ਨਹੀਂ ਇਹਦੇ ਖਿਲਾਫ ਪ੍ਰੋਟੈਸਟ ਕਰਨਗੇ, ਪੰਜਾਬ ਸਰਕਾਰ ਖਿਲਾਫ ਵੀ ਕਰਨਾ ਉਹਨਾਂ ਨੇ, ਪਰ ਉਹਨਾਂ ਨੂੰ ਲੱਗਦਾ ਇਹ ਫੈਸਲਾ ਵੀ ਠੀਕ ਨਹੀਂ ਹੈ। ਤੁਸੀਂ ਆਪਣੇ ਗੱਠਜੋੜ ਨੂੰ ਸੈਟੀਸਫਾਈਡ ਕਿਉਂ ਨਹੀਂ ਕਰਾ ਪਾ ਰਹੇ ਸਰ? ਜੀ ਦੇਖੋ ਇਦਾਂ ਗੱਠਜੋੜ ਨੇ ਸੈਟੀਸਫਾਈ ਆਪਣੇ ਆਪ ਹੋਣਾ। ਹੁਣ ਅਸੀਂ ਹੈਗੇ ਦੋ ਪਾਰਟੀਆਂ, ਇੱਕ ਭਾਰਤੀ ਜਨਤਾ ਪਾਰਟੀ, ਇੱਕ ਅਕਾਲੀ ਪਾਰਟੀ ਜੀ। ਅਸੀਂ ਜੇ ਦੋ ਪਾਰਟੀਆਂ ਨਾ ਹੁੰਦੀ ਫਿਰ ਅਲਾਈਅੰਸ ਕਰਨ ਦੀ ਕੀ ਲੋੜ ਸੀ? ਹੁਣ ਇਹ ਗੱਲ ਕਹਿਣੀ ਕਿ ਹਰ ਇੱਕ ਮੁੱਦੇ ਤੇ ਦੋਨਾਂ ਪਾਰਟੀਆਂ ਦੀ ਰਾਏ ਮਿਲਣੀ ਚਾਹੀਦੀ ਹੈ, ਇਹ ਵੀ ਕੋਈ ਜ਼ਰੂਰੀ ਨਹੀਂ। ਦੇਖੋ ਉਹਨਾਂ ਦਾ ਆਪਣਾ ਇੱਕ ਵੋਟ ਬੈਂਕ ਹੈ, ਉਹਨਾਂ ਦੀ ਇੱਕ ਆਪਣੀ ਕਨਸਟੀਚੁਐਂਸੀ ਹੈ, ਦੇ ਵਾਂਟ ਟੂ ਐਡਰੈਸ ਟੂ देयर ਕਨਸਟੀਚੁਐਂਸੀ। ਹੁਣ ਮੈਂ ਉਹਦੇ 'ਚ ਕੋਈ ਟਿੱਕਾ ਟਿੱਪਣੀ ਕਰਾਂ, ਮੈਨੂੰ ਅੱਛਾ ਨਹੀਂ ਲੱਗਦਾ ਪਬਲਿਕਲੀ। ਜੇ ਉਹ ਧਰਨੇ ਲੱਗ ਰਹੇ ਨੇ ਤੇ ਧਰਨੇ ਦੇ ਪਿੱਛੇ ਜਿਹੜਾ ਉਹਨਾਂ ਦਾ ਅਕਾਲੀ ਦਲ ਦੇ ਪ੍ਰੋਟੈਸਟ ਕਰਨ ਦਾ ਫੈਸਲਾ ਤੁਸੀਂ ਠੀਕ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਬੀਜੇਪੀ ਵੱਲੋਂ? ਉਹਨਾਂ ਅਸੀਂ ਤਾਂ ਕਿਸੇ ਦਾ ਵੀ ਵਿਰੋਧ ਠੀਕ ਮੰਨਦੇ ਹੀ ਨਹੀਂ, ਜੋ ਅਕਾਲੀ ਦਲ ਵਿੱਚੇ ਆ ਗਏ। ਦੇਖੋ ਇੱਕ ਸਿੱਧੀ ਜੀ ਗੱਲ, ਅਕਾਲੀ ਦਲ ਨੇ ਧਰਨਾ ਮਾਰਨਾ ਜੀ, ਇਹ ਆਟਾ ਦਾਲ ਪਿੱਛੇ। ਅਕਾਲੀ ਦਲ ਨੇ ਧਰਨਾ ਮਾਰਨਾ ਹੈ ਕਿ ਇਹਨਾਂ ਨੇ ਵੈਟ ਕਿਉਂ ਲਾਇਆ। ਹੁਣ ਸਵਾਲ ਹੈ ਵੈਟ ਕਿਉਂ ਲਾਇਆ? ਦਿੱਲੀ ਗਵਰਨਮੈਂਟ ਨੇ ਪਿਛਲੀ ਗਵਰਨਮੈਂਟ 'ਚ 4 ਸਾਲਾਂ 'ਚ 27 ਰੁਪਏ ਪਰ ਲੀਟਰ ਵੈਟ ਕਰਤਾ। 10 ਤੋਂ ਸਟੇਟਾਂ ਦਾ ਹਾਲ ਦੇਖ ਲਓ ਤੁਸੀਂ, ਕਹਿੰਦੇ ਸੈਂਟਰ ਦਾ ਵਿਸ਼ੇ ਹੈ, ਯਾਨੀ ਆਪਣੇ ਆਪ ਹੀ ਵੈਟ ਲਾਈ ਜਾਂਦੇ ਆ। ਉਹ ਸਟੇਟਾਂ ਤਾਂ ਮੋਦੀ ਸਾਹਿਬ ਤੇ ਐਡੇ ਐਡੇ ਪੈਕੇਜ ਦੇ ਰਹੇ ਆ, ਕਿਸਾਨਾਂ ਨੂੰ ਵੀ ਦੇ ਰਹੇ ਆ, ਇੰਡਸਟਰੀਸਟਾਂ ਨੂੰ ਵੀ ਦੇ ਰਹੇ ਆ, ਗਰੀਬਾਂ ਨੂੰ ਵੀ ਦੇ ਰਹੇ ਆ, ਅਨਐਮਪਲਾਇਡ ਨੂੰ ਵੀ ਦੇ ਰਹੇ ਆ, ਮਹਿਲਾਵਾਂ ਨੂੰ ਵੀ ਦੇ ਰਹੇ ਆ। ਭੰਡਾਰੀ ਤੁਹਾਡੇ ਕੋਲ ਵਾਪਸ ਆਉਣੇ ਆ, ਕਾਂਗਰਸ ਨੂੰ ਵੀ ਸ਼ਾਮਲ ਕਰ ਰਹੇ ਕਿਉਂਕਿ ਕਾਂਗਰਸ ਪਾਰਟੀ ਰੇਜ਼ ਕਰਦੇ ਕਿਤੇ ਨਜ਼ਰ ਆਈਏ ਕਾਰਡਾਂ ਦੇ ਮਸਲੇ ਤੇ ਕਾਂਗਰਸ ਨੂੰ ਵੀ ਘੇਰਨਾ ਘੇਰ। ਵਿਰਕਾ ਜੀ, ਕਾਂਗਰਸ ਪਾਰਟੀ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਘੇਰੇਗਾ, ਤੁਸੀਂ ਵੀ ਡੀਜ਼ਲ ਪੈਟਰੋਲ ਦੇ ਮੁੱਦੇ ਤੇ ਘੇਰ ਰਹੇ ਹੋ ਕੇਂਦਰ ਨੂੰ। ਇਹ ਸੇਮ ਲਾਈਨ ਨਹੀਂ ਹੋਗੀ, ਅਕਾਲੀ ਦਲ ਵੀ ਘੇਰ ਰਿਹਾ ਹੈਗਾ। ਬੀਜੇਪੀ ਕੱਲੀ ਪਾਰਟੀ ਹੈ ਜਿਹੜੀ ਕਹਿ ਰਹੀ ਹੈ ਠੀਕ ਹੈ ਤੇਲ ਦੇ ਰੇਟ ਵਧੇ ਆ, ਤਾਂ ਉਹਦੇ ਬਹੁਤ ਸਾਰੇ ਕਾਰਨ, ਇਹਨਾਂ ਦਾ ਇੱਕ ਆਪਣਾ ਲੌਜਿਕ ਆ ਬੀਜੇਪੀ ਦਾ, ਪਰ ਅਕਾਲੀ ਦਲ ਵੀ ਉਸੇ ਕਤਾਰ 'ਚ ਖੜਾ ਜਿਸ ਕਤਾਰ ਤੁਸੀਂ ਖੜੇ ਹੋ। ਤੁਸੀਂ ਵੀ ਕੇਂਦਰ ਦਾ ਵਿਰੋਧ ਕਰ ਰਹੇ ਹੋ, ਅਕਾਲੀ ਦਲ ਵੀ ਕਰ ਰਿਹਾ, ਤੁਹਾਡਾ ਵੀ ਕਰ ਰਿਹਾ ਨਾਲ ਅਕਾਲੀ ਦਲ। ਦੇਖੋ ਸਵਾਲ ਯਾਦਵਿੰਦਰ ਇਸ ਗੱਲ ਦਾ ਹੈ ਕਿ ਜਿਸ ਤਰੀਕੇ ਦੇ ਨਾਲ ਵਲਟੋਆ ਸਾਹਿਬ ਨੇ ਚਿੰਤਾ ਜਤਾਈ ਹੈ, ਇਹ ਸੱਚ ਹੈ ਕਿ ਕਿਸਾਨਾਂ ਦੀ ਕਮਰ ਟੁੱਟ ਕੇ ਹੀ ਹੈ ਬੜੀ ਬੁਰੀ ਤਰ੍ਹਾਂ ਨਾਲ। ਕਿਸਾਨ ਅੱਜ ਤਰਾਈ ਕਰ ਰਿਹਾ ਹੈ, ਅੱਜ ਇੰਡਸਟਰੀ ਵਾਲਾ ਹਾਹਾਕਾਰ ਕਰ ਰਿਹਾ ਹੈ, ਅੱਜ ਗਰੀਬ ਛੋਟੇ ਸਕੂਟਰ ਮੋਟਰਸਾਈਕਲ ਵਾਲਾ ਅੱਜ ਸੜਕਾਂ ਤੇ ਖਲੋ ਕੇ ਰੋ ਰਿਹਾ। ਔਰ ਅੱਜ ਜਿਸ ਤਰ੍ਹਾਂ ਦੇਸ਼ ਦੀ ਅਸਤ ਵਿਅਸਤਾ ਦੀ ਗੱਲ ਕੀਤੀ, ਇਹ ਭੰਡਾਰੀ ਸਾਹਿਬ ਨੇ ਕਿਹਾ ਕਿ ਅਸੀਂ ਗਰੀਬਾਂ ਨੂੰ ਅਨਾਜ ਦੇ ਰਹੇ ਆ। ਉਹ ਭਾਈ ਇਹ ਫੂਡ ਸਿਕਿਉਰਿਟੀ ਐਕਟ ਆ, ਇਹਦੇ ਤਹਿਤ ਗਰੀਬਾਂ ਨੂੰ ਜਿਹੜੇ ਨੀਲੇ ਕਾਟਾਂ ਨੂੰ ਅਨਾਜ ਦੇਣਾ ਹੀ ਦੇਣਾ, ਇਹਦੇ ਚ ਕੀ ਪਰੇਸ਼ਾਨੀ ਹੈ? ਔਰ ਹਰ ਵਾਰੀ ਦਿੰਨੇ ਆਪਾਂ। ਔਰ ਇਹਦੇ ਉੱਪਰ ਕਰੋਨਾ ਕਿੱਥੇ ਚੜ ਗਿਆ ਇਹਦੇ ਉੱਪਰ ਆ ਕੇ। ਪੈਟਰੋਲ ਡੀਜ਼ਲ ਤੇ ਰਹੋ, ਅੱਜ ਆਪਾਂ ਫਿਰ ਪੈਟਰੋਲ ਡੀਜ਼ਲ ਤੇ ਰਹੋ, ਆਪਾਂ ਨੀਲੇ ਕਾਰਡ ਵਾਲਾ ਮਸਲੇ ਤੇ ਮੈਂ ਆਉਣਾ। ਪੈਟਰੋਲ ਡੀਜ਼ਲ ਤੇ ਤੁਹਾਡਾ ਕੀ? ਜੀ ਯਾਦਵਿੰਦਰ, ਅਕਾਲੀ ਦਲ ਦੇ ਤੁਸੀਂ ਸਟੈਂਡ ਨੂੰ ਕਿਵੇਂ ਦੇਖਦੇ ਹੋ? ਔਰ ਕੀ ਕਹਿੰਦੇ ਤੁਸੀਂ ਵੀ ਵੈਟ ਵਧਾਉਨੇ ਹੋ? ਜੀ ਮੇਰੀ ਹੁਣ ਗੱਲ ਸੁਣ ਲੋਗੇ, ਮੇਰੀ ਗੱਲ ਸੁਣ ਲੋਗੇ। ਪੰਜਾਬ ਦੇ ਵਿੱਚ ਡੀਜ਼ਲ ਦੇ ਉੱਪਰ ਜਿਹੜਾ ਵੈਟ ਹੈਗਾ, ਸਾਡਾ ਪੰਜਾਬ ਦਾ ਟੈਕਸ ਹੈ, ਉਹ 15% 98% ਹੈ। ਔਰ ਹਰਿਆਣਾ ਦੇ ਵਿੱਚ ਇਹ 16% ਹੈ। ਔਰ ਇਹ ਹਿਮਾਚਲ ਬੀਜੇਪੀ ਦੀ ਉੱਥੇ ਵੀ ਸਰਕਾਰ ਹੈ, ਉੱਥੇ 18% ਹੈ। ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉੱਥੇ 30% ਹੈ। ਬਈ ਸਾਡਾ ਕਿਹੜੀ ਜਗ੍ਹਾ ਤੇ ਟੈਕਸ ਜ਼ਿਆਦਾ ਹੈ? ਸਾਡਾ ਹਰਿਆਣੇ ਨਾਲੋਂ ਜ਼ਿਆਦਾ ਹੈ ਕਿ ਦਿੱਲੀ ਨਾਲੋਂ ਜ਼ਿਆਦਾ ਹੈ ਕਿ ਜਾਂ ਸਾਡਾ ਹਿਮਾਚਲ ਨਾਲੋਂ ਜ਼ਿਆਦਾ ਹੈ? ਬਈ ਇਹ ਗੱਲ ਵਾਸਤੇ ਪੰਜਾਬ ਨੂੰ ਗਾਲਾਂ ਕੱਢਣੀਆਂ। ਬਈ ਪੰਜਾਬ ਕਿਸਾਨਾਂ ਦਾ ਇਹਨਾਂ ਹਰਿਆਣੇ ਤੋਂ ਜ਼ਿਆਦਾ ਧਿਆਨ ਰੱਖਦਾ ਹੈ, ਦਿੱਲੀ ਤੋਂ ਜ਼ਿਆਦਾ ਧਿਆਨ ਰੱਖਦਾ ਹੈ, ਤੇ ਕਿਸਾਨਾਂ ਦਾ ਹਿਮਾਚਲ ਤੋਂ ਜ਼ਿਆਦਾ ਧਿਆਨ ਰੱਖਦਾ ਹੈ। ਅਸੀਂ ਬਿਜਲੀ ਪਾਣੀ ਮੁਫਤ ਕਿਸਾਨਾਂ ਨੂੰ ਦਿੱਤੀ ਹੋਈ ਹੈ, ਉਹਦੇ ਬਾਵਜੂਦ ਡੀਜ਼ਲ ਦਾ ਜਿਹੜਾ ਸਾਡਾ ਵੈਟ ਹੈ ਉਹ 15% 98% ਹੈ। ਔਰ ਹਿਮਾਚਲ ਬੀਜੇਪੀ ਦੇ ਵਿੱਚ ਜੇ ਸਰਕਾਰ ਹੈ ਉੱਥੇ 18% ਹੈ, ਸਾਡੇ ਨਾਲ ਬਹੁਤ ਜ਼ਿਆਦਾ। ਔਰ ਹਰਿਆਣਾ ਦੇ ਵਿੱਚ ਇਹ 16% ਹੈ। ਸਾਡਾ ਵਿਰੋਧ ਕਰਕੇ ਲੈਣਾ ਕੀ ਇਹਨਾਂ ਨੇ? ਇਹ ਵਿਰੋਧ ਕਰਨਾ ਤੇ ਜਾ ਕੇ ਮੋਦੀ ਸਾਹਿਬ ਦੇ ਦਰਵਾਜ਼ੇ ਦਾ ਵਿਰੋਧ ਕਰਨ, ਜਿਨ੍ਹਾਂ ਨੇ ਕਮਰ ਤੋੜੀ ਹੈ ਲੋਕਾਂ ਦੀ,
लेकिन मैं समझना है कि ये सिर्फ मगरमच्छ आंसू बहाना गुजारा नहीं होना। लोग जानते हैं कि पंजाब की कर रहा है और देश की सरकार की कर रही है। ਤਾਂ ਇਹ ਪੰਜਾਬ ਕੀ ਕਰ ਰਿਹਾ ਜਰਾ ਦੱਸਿਓ। ਇਹ ਸਟੇਟਮੈਂਟ ਜਿਹੜੀ ਆਪਾਂ ਇਹ ਪੰਜਾਬ ਕੀ ਕਰ ਰਿਹਾ ਜਰਾ ਦੱਸਣਗੇ ਜਿਹੜਾ ਕੋਵਿਡ-19 ਚ ਪੰਜਾਬ ਕੀ ਕਰ ਰਿਹਾ। ਉਹਨੇ ਪੰਜਾਬ ਦੇ ਉੱਤੇ ਪੰਜਾਬ ਦੇ ਉੱਤੇ ਵੀ ਵਲਟੋਆ ਜੀ ਤੁਹਾਨੂੰ ਕੀ ਲੱਗਦਾ ਹੈਗਾ? ਇੱਕ ਤਾਂ ਇਹ ਦੱਸੋ ਕਿ ਜਿਹੜੀ ਇਹ ਗੱਲ ਕਰ ਰਹੇ ਨੇ ਤੁਹਾਡਾ ਤਰਕ ਕੀ ਹੈ? ਕਹਿ ਰਹੇ ਨਹੀਂ ਜੀ ਅਸੀਂ ਤੇ ਬਾਕੀ ਸਟੇਟਾਂ ਦੇ ਮੁਕਾਬਲੇ ਕਰ ਰਹੇ ਹਾਂ। ਦੂਜੀ ਗੱਲ, ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਦੀ ਵਿਆਖਿਆ ਤੁਸੀਂ ਕਰ ਸਕਦੇ ਹੋ ਕਿਉਂਕਿ ਤੁਹਾਡੀ ਪਾਰਟੀ ਹੈ, ਤੁਹਾਡੇ ਲੀਡਰ ਨੇ। ਤੁਸੀਂ ਉਸ ਬਿਆਨ ਦੀ ਵਿਆਖਿਆ ਕਿਵੇਂ ਕਰਦੇ ਹੋ ਜਦੋਂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਕਿ ਜਿੰਨੀ ਸਰਹੱਦਾਂ ਦੀ ਰਾਖੀ ਜ਼ਰੂਰੀ ਹੈ ਉਨੀ ਹੀ ਦੇਸ਼ ਦੀ ਧਰਮ ਨਿਰਪੱਖਤਾ ਜ਼ਰੂਰੀ ਹੈ? ਕਿਵੇਂ ਵਿਆਖਿਆ ਕਰਦੇ ਹੋ ਇਸ ਬਿਆਨ ਦੀ? ਨਾਲ ਜੋ ਕਾਂਗਰਸ ਕਹਿ ਰਹੀ ਉਹਦਾ ਵੀ ਜਵਾਬ ਦਿਓ। ਦੇਖੋ ਯਾਦਵਿੰਦਰ, ਸਭ ਤੋਂ ਪਹਿਲਾਂ ਤਾਂ ਮੈਂ ਵੇਰਕਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਣੇ ਜਿਹੜੇ ਅੰਕੜੇ ਉਹ ਦਰੁਸਤ ਕਰਨ। ਜਿਸ ਤੱਕ ਡੀਜ਼ਲ ਦੇ ਉੱਤੇ ਵੈਟ ਦੀ ਗੱਲ ਹੈ, ਇਹਨਾਂ ਦਾ ਹਰਿਆਣੇ ਨਾਲੋਂ ਵੱਧ ਹੈ ਤੇ ਹਿਮਾਚਲ ਨਾਲੋਂ ਵੱਧ ਹੈ। ਹਰਿਆਣਾ 'ਚ ਹੈਗਾ 17.22 ਤੇ ਇਹਨਾਂ ਦਾ ਹੈਗਾ 17.58। ਇਹ 15 ਬਿਲਕੁਲ ਗਲਤ ਕਹਿ ਰਹੇ ਨੇ। ਹਿਮਾਚਲ 'ਚ ਹੈਗਾ 14.38। यादविंदर जी ਇੱਥੇ ਰੋਕੋ। यादविंदर जी 2 ਰੁਪਏ 70 ਪੈਸੇ ਤੁਸੀਂ ਡੀਜ਼ਲ ਦਾ ਰੇਟ ਵਧਾਇਆ। ਤੁਹਾਡੀ ਜ਼ਿੰਮੇਵਾਰੀ ਹੈ ਹੁਣ ਮਹਾਮਾਰੀ 'ਚ। ਤੁਸੀਂ ਇਹ ਕਰੈਕਟ ਕਰੋ ਪਹਿਲੇ, ਕਰੈਕਟ ਕਰੋ ਪਹਿਲੇ ਇਸ ਗੱਲ। ਤੁਹਾਡੇ ਤੋਂ ਜਵਾਬ ਲੈਣਾ ਸਰ। ਵੇਰਕਾ ਜੀ ਰੋਂਗ ਹੈ। ਵੇਰਕਾ ਜੀ ਜਵਾਬ ਲੈਣਾ ਤੁਹਾਡੇ ਤੋਂ। ਇੱਕ ਇਹਨਾਂ ਨੂੰ ਗੱਲ ਪੂਰੀ ਕਰ ਲੈਣ ਤੋਂ ਤੁਹਾਡੇ ਕੋਲ ਆ ਜਾਂਦੇ ਆ। ਵੇਰਕਾ ਜੀ ਤੁਹਾਡੇ ਕੋਲ ਆਉਣਾ, ਗੱਲ ਪੂਰੀ ਕਰ ਲੈਣ ਦਿਓ ਇਹਨਾਂ ਨੂੰ। ਤੁਸੀਂ ਕਾਊਂਟਰ ਕਰਿਓ, ਆਪਣੇ ਅੰਕੜੇ ਨਾਲ ਕਾਊਂਟਰ ਕਰਿਓ ਸਰ ਜੀ। ਵਲਟੋਆ ਜੀ ਸਾਡੀ ਹੱਥ ਬਨ ਕੇ ਬੇਨਤੀ ਅੱਜ ਦੋਨੋਂ ਸਰਕਾਰਾਂ ਨੂੰ ਜਿਹੜੀ ਅਪੀਲ ਕੀਤੀ ਹੈ ਕਿ ਲੋਕਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ, ਲੋਕਾਂ ਦੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ, ਮਹਾਮਾਰੀ ਨੂੰ ਦੇਖਦੇ ਹੋਏ ਜਿਹੜਾ ਲੋਕਾਂ ਦੇ ਉੱਤੇ ਤਰਸ ਕਰੋ। ਔਰ ਜਿਹੜਾ ਆ ਦੋਨੋਂ ਸਰਕਾਰਾਂ ਜਿਹੜੀਆਂ ਆਪਣੇ ਜਿਹੜਾ ਆ ਐਕਸਾਈਜ਼ ਤੇ ਵੈਟ ਜਿਹੜਾ ਘਟਾਉਣ। ਔਰ ਜਿਹੜਾ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਬਾਰੇ ਜ਼ਿਕਰ ਕੀਤਾ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੀ ਸਭ ਤੋਂ ਵੱਡਾ ਕ੍ਰੈਡਿਟ ਜਾਂਦਾ ਹੈ ਉਹ ਜਾਂਦਾ ਉਹਨਾਂ ਦੀ ਜਿਹੜੀ ਭਾਈਚਾਰਕ ਸਾਂਝ ਨੂੰ ਜਿਹੜੀ ਉਹਨਾਂ ਨੇ ਹਮੇਸ਼ਾ ਮਹੱਤਤਾ ਦਿੱਤੀ ਹੈ, ਸਾਂਝੀਵਾਲਤਾ ਨੂੰ ਜਿਹੜੀ ਉਹਨਾਂ ਨੇ ਮਹੱਤਤਾ ਦਿੱਤੀ ਹੈ। ਔਰ ਜਦੋਂ ਹੁਣ ਕੋਈ ਵੀ ਟੀਵੀ ਚੈਨਲ ਖੋਲ ਕੇ ਦੇਖ ਲਓ, ਜਿੱਥੇ ਵੀ ਕਿਤੇ ਗੱਲ ਚੱਲਦੀ ਹੈ ਉੱਥੇ ਹਿੰਦੂਤਵਵਾਦ ਦੀ ਗੱਲ ਚੱਲਦੀ ਹੈ। ਉੱਥੇ ਮਤਲਬ ਜਦੋਂ ਅਜਿਹੀਆਂ ਗੱਲਾਂ ਚੱਲਣਗੀਆਂ ਤੇ ਜਿਸ ਬੰਦੇ ਨੇ ਸਾਰੀ ਉਮਰ ਸਾਂਝੀਵਾਲਤਾ ਵਾਸਤੇ ਲਾ ਦਿੱਤੀ ਹੋਵੇ, ਭਾਈਚਾਰਕ ਸਾਂਝ ਵਾਸਤੇ ਲਾ ਦਿੱਤੀ ਹੋਵੇ, ਉਹਨੂੰ ਮਹਿਸੂਸ ਜ਼ਰੂਰ ਹੁੰਦਾ ਹੈ। ਠੀਕ ਹੈ, ਧਰਮ ਦੀ ਗੱਲ ਕਰਨੀ ਚਾਹੀਦੀ ਹੈ। ਜਿਸ ਵੀ ਕਿਸੇ ਧਰਮ ਨਾਲ ਸੰਬੰਧਿਤ ਕੋਈ ਵਿਅਕਤੀ ਹੈ ਉਹਨੂੰ ਆਪਦੇ ਧਰਮ ਦੀ ਵਡਿਆਈ ਕਰਨ ਦੀ ਲੋੜ ਹੈ। ਪਰ ਅਜਿਹੇ ਹਾਲਾਤ ਜਦੋਂ ਪੈਦਾ ਕੀਤੇ ਜਾਂਦੇ ਨੇ ਤੇ ਉਦੋਂ ਫਿਰ ਕੁਦਰਤੀ ਹੈ ਕਿ ਜਿਹੜੇ ਅਜਿਹੀ ਸੋਚ ਦੇ ਮਾਲਕ ਹੁੰਦੇ ਨੇ, ਜਿਸ ਜੋ ਪ੍ਰਕਾਸ਼ ਸਿੰਘ ਬਾਦਲ ਨੇ, ਤਾਂ ਪੀੜਾ ਜ਼ਰੂਰ ਮਹਿਸੂਸ ਹੁੰਦੀ ਹੈ। ਫਿਰ ਆਪਣੇ ਆਪ ਜਿਹੜਾ ਉਹਦਾ ਰਿਐਕਸ਼ਨ ਜਿਹੜਾ ਨਿਕਲਦਾ ਹੈ। ਔਰ ਧਰਮ ਨਿਰਪੱਖਤਾ ਜਿਹੜੀ ਹੈ ਦੇਸ਼ ਦੇ ਅੰਦਰ ਉਹ ਕਾਇਮ ਰਹਿਣੀ ਚਾਹੀਦੀ ਹੈ। ਲੋਕਤੰਤਰ ਦੀ ਜਿਹੜੀ ਸਾਡੀ ਖੂਬਸੂਰਤੀ ਇਸੇ ਚ ਹੈ। ਤੁਹਾਨੂੰ ਲੱਗਦਾ ਪਿਛਲੇ ਦੌਰ 'ਚ ਧਰਮ ਨਿਰਪੱਖਤਾ ਤੇ ਆਂਚ ਆਈ ਹੈ? ਤੁਹਾਨੂੰ ਲੱਗਦਾ ਪਿਛਲੇ ਦੌਰ 'ਚ ਗੜਬੜ ਹੋਈ ਹੈ ਧਰਮ ਨਿਰਪੱਖਤਾ ਨੂੰ ਲੈ ਕੇ? ਇਹ ਦੇਖੋ ਯਾਦਵਿੰਦਰ, ਇਹ ਤਾਂ ਗੱਲ ਬੜੀ ਸਪਸ਼ਟ ਹੈ ਕਿ ਧਰਮ ਨਿਰਪੱਖਤਾ ਦੇ ਉੱਤੇ ਕਿਸੇ ਧਰਮ ਨੂੰ ਵਿਸ਼ੇਸ਼ ਨੂੰ ਲੈ ਕੇ ਤੁਸੀਂ ਰੋਜ਼ਾਨਾ ਹੀ ਅਜਿਹੀਆਂ ਗੱਲਾਂ ਕਰੋ, ਚਾਹੇ ਕੋਈ ਵੀ ਕਰੇ। ਮੈਂ ਨਹੀਂ ਕਹਿੰਦਾ ਕਿ ਕੋਈ ਕਾਂਗਰਸ ਵਾਲੇ ਕਰਦੇ ਆ ਜਾਂ ਭਾਰਤੀ ਜਨਤਾ ਪਾਰਟੀ ਦੇ ਕਰਦੇ ਜਾਂ ਕੋਈ ਹੋਰ ਆਗੂ ਸਾਹਿਬਾਨ ਕਰਦੇ ਆ। ਉਹ ਜਦੋਂ ਅਜਿਹੀ ਬਹਿਸ ਚੱਲਦੀ ਹੈ ਕਿਸੇ ਵੀ ਧਰਮ ਵਿਸ਼ੇਸ਼ ਨੂੰ ਟਾਰਗੇਟ ਕਰਕੇ, ਉੱਥੇ ਫਿਰ ਧਰਮ ਨਿਰਪੱਖਤਾ ਨੂੰ ਆਪਣੇ ਆਪ ਹੀ ਖਤਰਾ ਪੈਦਾ ਹੋ ਜਾਂਦਾ ਹੈ। ਸਾਡੀ ਹੱਥ ਬਨ ਕੇ ਬੇਨਤੀ ਇਹੀ ਹੈ ਕਿ ਸਾਡੇ ਲੋਕਤੰਤਰ ਦੀ, ਸਾਡੇ ਦੇਸ਼ ਦੀ ਖੂਬਸੂਰਤੀ ਇਸੇ 'ਚ ਹੈ ਕਿ ਇਹਦੇ 'ਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ, ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਰਹਿੰਦੇ ਨੇ। ਔਰ ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਠੀਕ ਹੈ, ਤੁਹਾਡੀ ਆਸਥਾ ਆਪਣੇ ਧਰਮ 'ਚ ਹੈ, ਆਪਦੇ ਧਰਮ ਦੇ ਤੁਸੀਂ ਪੈਰੋਕਾਰ ਜੇ, ਉਹਦੇ ਤੇ ਪੂਰਾ ਪਹਿਰਾ ਦਿਓ, ਪਰ ਕਿਸੇ ਦੇ ਧਰਮ ਨੂੰ ਮਾੜਾ ਨਾ ਕਹੋ। ਕਿਸੇ ਵਿਸ਼ੇਸ਼ ਧਰਮ ਦੇ ਲੋਕਾਂ ਨਾਲ ਸੰਬੰਧਿਤ ਜਿਹੜੇ ਆ ਕਟਾਕਸ਼ ਨਾ ਕੀਤੇ ਜਾਣ। ਜਦੋਂ ਅਜਿਹੇ ਕਟਾਕਸ਼ ਹੁੰਦੇ ਨੇ ਉਦੋਂ ਕੁਦਰਤੀ ਹੈ ਕਿ ਜਿਨ੍ਹਾਂ ਦੀ ਸੋਚ ਸਾਂਝੀਵਾਲਤਾ ਵਾਲੀ ਹੋਵੇ, ਭਾਈਚਾਰਕ ਸਾਂਝ ਵਾਲੀ ਹੋਵੇ, ਵੱਖ-ਵੱਖ ਧਰਮਾਂ ਦਾ ਸਤਿਕਾਰ ਕਰਨ ਵਾਲੀ ਹੋਵੇ, ਉਹਨਾਂ ਨੂੰ ਪੀੜਾ ਜ਼ਰੂਰ ਹੁੰਦੀ ਹੈ। ਇਸ ਕਰਕੇ ਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹ ਸ਼ਬਦ ਜਿਹੜੇ ਆ ਕਹੇ ਸੀ। ਭੰਡਾਰੀ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਕਿਹਾ ਕਿ ਜਿੰਨੀ ਸਰਹੱਦਾਂ ਦੀ ਰਾਖੀ ਜ਼ਰੂਰੀ ਹੈ ਉਨੀ ਹੀ ਧਰਮ ਨਿਰਪੱਖਤਾ ਦੇਸ਼ ਜ਼ਰੂਰੀ ਹੈ। ਔਰ ਵਲਟੋਆ ਉਹਦੀ ਵਿਆਖਿਆ ਕਰ ਰਹੇ ਨੇ ਕਿ ਦੇਸ਼ 'ਚ ਜੇ ਗੜਬੜਾਂ ਹੋਈਆਂ ਨੇ ਤਾਂ ਹੀ ਜੇ ਕਿਸੇ ਇੱਕ ਖਾਸ ਧਰਮ ਨੂੰ ਇਹ ਲੱਗਦਾ ਹੈ ਔਰ ਕਿਸੇ ਖਾਸ ਧਰਮ ਦੇ ਖਿਲਾਫ ਕੁਝ ਲੋਕ ਇਹ ਚੀਜ਼ਾਂ ਕਰ ਰਹੇ ਨੇ
ਤਾਂ ਸਵਾਲ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਉੱਠਦਾ ਹੈਗਾ। ਤਾਂ ਕੀ ਕਹਿਣਾ ਚਾਹੁੰਦੇ ਹੋ ਪ੍ਰਕਾਸ਼ ਸਿੰਘ ਬਾਦਲ ਔਰ ਵਲਟੋਆ ਦੀ ਇਸ ਵਿਆਖਿਆ ਦੇ ਉੱਤੇ, ਭੰਡਾਰੀ ਜੀ? ਦੇਖੋ ਇਦਾਂ ਹੈ, ਜਿੱਥੇ ਬਾਦਲ ਸਾਹਿਬ ਦਾ ਸੰਬੰਧ ਹੈ, ਬਾਦਲ ਸਾਹਿਬ ਇੱਕ ਦਾਨਿਸ਼ਮੰਦ ਦਰਿਆ ਦਿਲ ਇਨਸਾਨ ਨੇ ਔਰ ਦੇਸ਼ ਦੇ ਜੀ ਪੁਰਾਣੇ ਸਿਆਸਤਦਾਨਾਂ ਦੇ ਵਿੱਚੋਂ ਆਵਾਜ਼ ਨਹੀਂ ਆ ਰਹੀ। ਉਹ ਅੱਜ ਇੱਕ ਬਚੇ ਨੇ ਜਿਨ੍ਹਾਂ ਨੂੰ ਕਹਿ ਸਕਦੇ ਆ ਕਿ ਮੁਖਰ ਹੋ ਕੇ ਆਪਣੀ ਗੱਲ ਕਹਿੰਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦਾ ਬਾਬਾ ਬੋੜ ਕਹਿੰਦੇ ਆ ਔਰ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਬੜਾ ਹੀ ਵਿਵੇਕਸ਼ੀਲ ਇਨਸਾਨ ਕਹਿੰਦੇ ਆ। ਇਸ ਕਾਰਨ ਜੇ ਗਾਏ ਬਗਾਏ ਕੋਈ ਬਜ਼ੁਰਗ ਸਾਡੇ ਵੱਡੇ ਲੀਡਰ ਕੋਈ ਗੱਲ ਕਹਿੰਦੇ ਨੇ ਤੇ ਅਸੀਂ ਹਮੇਸ਼ਾ ਉਹਨੂੰ ਬੜੀ ਗੌਰ ਨਾਲ ਸੁਣਦੇ ਆ। ਸਾਡੀ ਸੀਨੀਅਰ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਕੁਝ ਵੀ ਗਾਹੇ ਬਗਾਹੇ ਨਹੀਂ ਕਹਿੰਦੇ। ਭੰਡਾਰੀ ਜੀ, ਪ੍ਰਕਾਸ਼ ਸਿੰਘ ਬਾਦਲ ਦਾ ਐਡਾ ਵੱਡਾ ਕੈਰੀਅਰ ਹੈ, ਅਰੇ ਸੁਣੀਏ ਹੋਊਗਾ ਗਾਹੇ ਬਗਾਹੇ ਨਹੀਂ ਕਹਿੰਦੇ। ਯਾਦਵਿੰਦਰ ਜੀ ਸੁਣੋ, ਉਹਨਾਂ ਦੇ ਬਿਆਨ ਬਾਰੇ ਤਾਂ ਮਸ਼ਹੂਰ ਹੈ ਕਿ ਬਹੁਤ ਘੱਟ ਬਿਆਨ ਦਿੰਦੇ ਨੇ, ਪਰ ਜਿਹੜਾ ਵੀ ਦਿੰਦੇ ਨੇ ਬੜਾ ਸੋਚ ਸਮਝ ਕੇ। ਤਾਂ ਹੀ ਮੈਂ ਗਾਏ ਬਗਾਏ ਗਿਆ ਨਾ, ਤਾਂ ਹੀ ਗਾਏ ਬਗਾਏ ਗਿਆ, ਤਾਂ ਹੀ ਗਾਏ ਬਗਾਏ ਗਿਆ। ਦੇਖੋ ਇਦਾਂ ਹੈ, ਮੈਂ ਕਹਿ ਰਿਹਾ ਵੀ ਐਸਾ ਦਾਨਿਸ਼ਮੰਦ ਇਨਸਾਨ ਜੇ ਕੋਈ ਕਹਿੰਦਾ ਉਹਨੂੰ ਬੜੀ ਸੰਜੀਦਗੀ ਨਾਲ ਸੁਣਨਾ ਚਾਹੀਦਾ ਹੈ। ਜਿਹਦੇ ਕੋਈ ਗਲਤੀ ਹੋਵੇ, ਅਸੀਂ ਕੋਈ ਕਹਿੰਦੇ ਨਹੀਂ ਗਲਤੀ ਹੈ, ਉਹ ਵੀ ਕਰਨੀ ਚਾਹੀਦੀ ਹੈ। ਪਰ ਕਿਧਰੇ ਵੀ ਬਾਦਲ ਸਾਹਿਬ ਨੇ ਬੀਜੇਪੀ ਨੂੰ ਜਾਂ ਸੈਂਟਰਲ ਗਵਰਨਮੈਂਟ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਸਿੱਧਾ ਚਿੰਨਤ ਨਹੀਂ ਕੀਤਾ। ਉਹਨਾਂ ਨੇ ਸਧਾਰਨ ਗੱਲ ਕੀਤੀ ਹੈ। ਅਸੀਂ ਉਹਨਾਂ ਦੀ ਜੋ ਭਾਵਨਾ ਹੈ ਉਹਦੀ ਕਦਰ ਕਰਦੇ ਹਾਂ ਔਰ ਹਮੇਸ਼ਾ ਅਸੀਂ ਅਲਰਟ ਵੀ ਹਮੇਸ਼ਾ ਰਹਿੰਦੇ ਹਾਂ। ਔਰ ਸਾਡੀ 5 ਸਾਲ ਦੀ ਪਿਛਲੀ ਗਵਰਨਮੈਂਟ ਔਰ 1 ਸਾਲ ਦੀ ਇਸ ਗਵਰਨਮੈਂਟ ਦੇ ਵਿੱਚ ਜੋ ਵਾਤਾਵਰਣ ਰਿਹਾ ਹੈਗਾ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ ਔਰ ਕੇਵਲ ਹਿੰਦੁਸਤਾਨ 'ਚ ਨਹੀਂ, ਬਾਹਰ ਦੇ ਦੇਸ਼ ਵੀ ਇਹਦੀ ਸ਼ਲਾਘਾ ਕਰਦੇ। ਨਹੀਂ, ਪਰ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ 'ਚ ਵੀ ਇਹ ਗੱਲ ਕਹੀ ਸੀ, ਤੁਹਾਡੇ ਯਾਦ ਹੋਊ ਰੈਲੀ 'ਚ, ਕਿ ਦੇਸ਼ 'ਚ ਮਿਨੋਰਿਟੀ ਲਈ ਮਾਹੌਲ ਠੀਕ ਨਹੀਂ ਹੈ, ਮਾਹੌਲ ਠੀਕ ਹੋਣਾ ਚਾਹੀਦਾ, ਸੇਫ ਮਹਿਸੂਸ ਕਰਨੀਆਂ ਚਾਹੀਦੀਆਂ ਨੇ ਉਹ। ਤੇ ਹੁਣ ਇਹ ਬਿਆਨ ਆਇਆਗਾ ਤੇ ਹੁਣ ਵਲਟੋਆ ਇਹਦੀ ਵਿਆਖਿਆ ਕਰ ਰਹੇ ਨੇ ਕਿ ਗੜਬੜਾਂ ਹੈਗੀਆਂ ਨੇ, ਤਾਂ ਹੀ ਕਿਹਾ ਗਿਆ। ਤਾਂ ਤੁਸੀਂ ਮੰਨਦੇ ਹੋ ਗੜਬੜਾਂ ਹੈਗੀਆਂ ਨੇ, ਉਹਨਾਂ ਨੂੰ ਠੀਕ ਕਰੋਗੇ? ਨਹੀਂ ਹੈ, ਮੈਂ ਤਾਂ ਕਹੀ ਹੈ ਨਾ ਵੀ ਸਾਨੂੰ ਤਾਂ ਕਿਧਰੇ ਨਿਸ਼ਾਨ ਹੀ ਨਹੀਂ, ਉਹਨਾਂ ਨੇ ਕਿਹਾ ਨਹੀਂ ਸੈਂਟਰ ਗਵਰਨਮੈਂਟ ਕਰ ਰਹੀ ਜਾਂ ਪ੍ਰਾਈਮ ਮਿਨਿਸਟਰ ਜਾਂ ਪਾਰਟੀ। ਸਾਡੇ ਵੱਲੋਂ ਕੋਈ ਗੜਬੜਾ ਨਹੀਂ, ਲੇਕਿਨ ਕੌਸ਼ੀਸ਼ ਕੋਈ ਕਰਦਾ ਹੈ, ਸਾਨੂੰ ਉਹਦੇ ਕਿਸੇ ਵੀ ਮੰਤਵ ਤੇ ਕੋਈ ਡਾਊਟ ਨਹੀਂ ਕਰਨਾ ਚਾਹੀਦਾ। ਬਾਦਲ ਸਾਹਿਬ ਦਾਨਿਸ਼ਮੰਦ ਇਨਸਾਨ ਨੇ, ਜੋ ਉਹਨਾਂ ਨੇ ਕਿਹਾ ਤੇ ਅਸੀਂ ਸਿਰ ਝੁਕਾ ਕੇ ਉਹਨਾਂ ਦੀ ਗੱਲ ਦਾ ਆਦਰ ਕਰਦੇ। ਬਿਲਕੁਲ, ਸਾਨੂੰ ਇੱਕ ਬ੍ਰੇਕ ਲਈ ਰੁਕਣਾ ਪੈਣਾ। ਬ੍ਰੇਕ ਤੋਂ ਬਾਅਦ ਵੇਰਕਾ ਕੋਲੇ ਚੱਲਾਂਗੇ ਕਿਉਂਕਿ ਵੇਰਕਾ ਜਵਾਬ ਦੇਣਾ ਚਾਹੁੰਦੇ ਸੀ ਵਲਟੋਆ ਜੀ ਦੀ ਗੱਲ ਦਾ। ਪਰ 7 ਤਰੀਕ ਨੂੰ ਅਕਾਲੀ ਦਲ ਧਰਨਾ ਲਾਉਣ ਜਾ ਰਿਹਾ ਬਿਜਲੀ ਤੇ ਪੈਟਰੋਲ ਤੇ ਡੀਜ਼ਲ ਦੇ ਮੁੱਦੇ ਤੇ, ਨਾਲ ਨੀਲੇ ਕਾਰਡਾਂ ਦੇ ਮਸਲੇ ਤੇ, ਪੰਜਾਬ ਸਰਕਾਰ ਦਾ ਮਸਲਾ, ਤੇ ਇਸ ਮਸਲੇ ਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ। ਇੱਕ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਹਾਜ਼ਰ ਹੋ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ, ਮੈਂ ਹਾਂ ਯਾਦਵਿੰਦਰ ਸਿੰਘ। ਚਰਚਾ ਅਸੀਂ ਇਸ ਮਸਲੇ ਤੇ ਕਰ ਰਹੇ ਹਾਂ ਕਿ ਅਕਾਲੀ ਦਲ ਬੀਜੇਪੀ ਖਿਲਾਫ ਮੋਰਚਾ ਕਿਉਂ ਲਾ ਰਿਹਾ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੇਂਦਰ ਦੇ ਖਿਲਾਫ ਤੇ ਸਟੇਟ ਦੇ ਖਿਲਾਫ ਪ੍ਰੋਟੈਸਟ ਕਰੇਗਾ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਪ੍ਰਧਾਨ ਰਜਿੰਦਰ ਭੰਡਾਰੀ ਸਾਡੇ ਨਾਲ ਨੇ, ਰਾਜਕੁਮਾਰ ਵੇਰਕਾ ਸਾਡੇ ਨਾਲ ਨੇ, ਵਿਰਸਾ ਸਿੰਘ ਵਲਟੋਆ ਸਾਡੇ ਨਾਲ ਨੇ। ਵੇਰਕਾ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਕੁਝ ਕਹਿ ਰਹੇ ਸੀ ਕਿ ਅੰਕੜਿਆਂ ਦੀ ਜਾਣਬੁੱਝ ਕੇ ਤੋੜ ਮਰੋੜ ਕੀਤੀ ਜਾ ਰਹੀ ਹੈ। ਅੰਕੜਿਆਂ ਦੀ ਚਾਹੇ ਤੋੜ ਮਰੋੜ ਦਾ ਤੁਸੀਂ ਜਵਾਬ ਦੇ ਸਕਦੇ ਹੋ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ, ਪਰ ਦੂਜੀ ਗੱਲ ਇਹ ਨਹੀਂ ਕਿ ਜਦੋਂ ਆਪਾਂ ਸੈਂਟਰ ਤੇ ਸਵਾਲ ਖੜੇ ਕਰਦੇ ਹਾਂ ਤਾਂ ਸਟੇਟ ਘੱਟੋ ਘੱਟ ਥੋੜਾ ਰਿਲੈਕਸੇਸ਼ਨ ਦੇਵੇ। ਸਟੇਟ ਕੋਲੇ ਇੱਕ ਮੋਰਲ ਰਾਈਟ ਤਾਂ ਹੀ ਆਏਗਾ ਕਿ ਦੇਖੋ ਜੀ ਅਸੀਂ ਰਾਹਤ ਦੇ ਰਹੇ ਹਾਂ, ਤਾਂ ਫਿਰ ਸੈਂਟਰ ਦੇ ਉੱਤੇ ਪ੍ਰੈਸ਼ਰ ਚੰਗੇ ਢੰਗ ਨਾਲ ਬਿਲਡ ਹੋ ਸਕਦਾ। ਦੂਜੀ ਗੱਲ ਤੁਸੀਂ ਅੰਕੜਿਆਂ ਬਾਰੇ ਦੱਸ ਰਹੇ ਸੀ, ਉਹ ਵੀ ਦੱਸੋ। ਦੇਖੋ ਯਾਦਵਿੰਦਰ, ਵਲਟੋਆ ਸਾਹਿਬ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੇ ਉੱਪਰ ਜਿਹੜਾ ਟੈਕਸ ਹੈ ਉਹ ਹਰਿਆਣੇ ਤੋਂ ਵੀ ਜ਼ਿਆਦਾ ਤੇ ਹਿਮਾਚਲ ਤੋਂ ਵੀ ਜ਼ਿਆਦਾ। ਇਹਨਾਂ ਦੀ ਜਾਣਕਾਰੀ ਲਈ ਦੱਸਦੇ ਹਾਂ। ਹੋ ਸਕਦਾ ਹੈ ਕਿ ਸੁਖਬੀਰ ਬਾਦਲ ਹੋਰਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਾ ਹੋਵੇ, ਇਸ ਲਈ ਉਹ ਪੰਜਾਬ ਦੇ ਖਿਲਾਫ ਵੀ ਪ੍ਰੋਟੈਸਟ ਕਰ ਰਹੇ ਹੋਣ। ਤੇ ਜੇ ਉਹਨਾਂ ਨੂੰ ਜਾਣਕਾਰੀ ਮਿਲ ਜਾਏ, ਸ਼ਾਇਦ ਉਹ ਹੁਣ ਕੇਂਦਰ ਦੇ ਖਿਲਾਫ ਹੀ ਖਾਲੀ ਪ੍ਰੋਟੈਸਟ ਕਰਨਗੇ। ਔਰ ਮੈਂ ਇਹਨਾਂ ਦੀ ਜਾਣਕਾਰੀ ਲਈ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ ਡੀਜ਼ਲ ਦੇ ਉੱਪਰ ਜਿਹੜਾ ਟੈਕਸ ਹੈਗਾ ਉਹ 15% 98% ਹੈ, 15.98%। ਔਰ ਹਰਿਆਣੇ ਦੇ ਵਿੱਚ ਹੈਗਾ 17%, ਔਰ ਇਹ ਹਿਮਾਚਲ ਦੇ ਵਿੱਚ ਹੈਗਾ 18%, ਇਹ ਦਿੱਲੀ ਦੇ ਵਿੱਚ ਹੈਗਾ 30%। ਔਰ ਜਿੱਥੋਂ ਤੱਕ ਪੈਟਰੋਲ ਹੈ, ਪੈਟਰੋਲ ਦਾ ਇੱਥੇ ਪੰਜਾਬ ਦੇ ਵਿੱਚ ਹੈਗਾ 26.43%।
ਔਰ ਹਰਿਆਣੇ ਦੇ ਵਿੱਚ ਹੈਗਾ 26.25% ਔਰ ਇਹ ਹਿਮਾਚਲ ਦੇ ਵਿੱਚ ਹੈਗਾ 27%, ਇਹ ਦਿੱਲੀ ਦੇ ਵਿੱਚ ਹੈਗਾ 30%। ਇਹ ਮੇਰੇ ਫਿਗਰ ਤੁਸੀਂ ਨੈਟ ਖੋਲੋ ਤੇ ਇਹਨਾਂ ਨੂੰ ਜਾਣਕਾਰੀ ਦੇ ਦਿਓ, ਸਰਕਾਰੀ ਫਿਗਰਾਂ ਹੈਗੀਆਂ, ਔਰ ਹਰਿਆਣੇ ਦੀ ਵੀ ਖੋਲ ਕੇ ਦੇ ਦਿਓ। ਔਰ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਸੁਖਬੀਰ ਬਾਦਲ ਨੂੰ ਵੀ ਦੇ ਦੇਣ, ਹੋ ਸਕਦਾ ਸਾਡੇ ਤੇ ਤਰਸ ਖਾ ਕੇ ਸਿਰਫ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਉਹਨੂੰ ਮੋਦੀ ਸਾਹਿਬ ਦੇ ਸਾਹਮਣੇ। ਤੇ ਕੀ ਬਲਟੋਆ ਜੀ ਇਹ ਕਹਿ ਰਿਹਾ ਫਿਗਰਾਂ ਗਲਤ ਨੇ ਤੁਹਾਡੀਆਂ, ਤੁਹਾਡਾ ਅੰਕੜਾ ਹੀ ਗਲਤ ਜਿਹੜਾ ਤੁਸੀਂ ਪੰਜਾਬ ਤੇ ਐਲੀਗੇਸ਼ਨ ਲਾ ਰਹੇ ਹੋ ਤੇ ਕੇਂਦਰ ਸਰਕਾਰ ਖਿਲਾਫ ਪ੍ਰੋਟੈਸਟ ਕਰੋ, ਇਹ ਕਹਿੰਦੇ ਸਾਡੇ ਖਿਲਾਫ ਕਰਨ ਦੀ ਲੋੜ ਨਹੀਂ ਆ। ਯਾਦਵਿੰਦਰ, ਜੋ ਕੁਝ ਵੀ ਮੈਂ ਜਿਹੜੇ ਅੰਕੜੇ ਗਿਣਾਏ ਨੇ ਬਿਲਕੁਲ ਸਹੀ ਨੇ, ਔਰ ਅੱਜ ਦੀ ਜਿਹੜੀ ਪ੍ਰਾਈਮ ਮਿਨਿਸਟਰ ਨੂੰ ਜਾਂ ਮੁੱਖ ਮੰਤਰੀ ਪੰਜਾਬ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਹਦੇ 'ਚ ਵੀ ਇਹ ਅੰਕੜੇ ਜਿਹੜੇ ਬਕਾਇਦਾ ਜ਼ਿਕਰ ਹੈ, ਇਹ ਅੰਕੜੇ ਬਿਲਕੁਲ ਸਹੀ ਨੇ। ਪਰ ਮੈਨੂੰ ਇੱਕ ਗੱਲ ਦਾ ਵੇਰਕਾ ਸਾਹਿਬ ਜਵਾਬ ਦੇ ਦੇਣਾ ਕਿ ਪਿਛਲੇ ਦਿਨੀ ਮਹਾਮਾਰੀ ਦੇ ਦੌਰਾਨ 2 ਰੁਪਏ 70 ਪੈਸੇ ਤੁਸੀਂ ਡੀਜ਼ਲ ਦਾ ਰੇਟ ਵਧਾਇਆ ਕਿ ਨਹੀਂ ਪੰਜਾਬ ਦਾ? 1.5 ਰੁਪਇਆ ਤੁਸੀਂ ਪੈਟਰੋਲ ਦਾ ਰੇਟ ਵਧਾਇਆ ਕਿ ਨਹੀਂ ਵਧਾਇਆ? ਤੁਸੀਂ ਲੋਕਾਂ ਨੂੰ ਕੁਝ ਦੇਣ ਦੀ ਬਜਾਏ ਤੁਸੀਂ ਸਿੱਧਾ ਹੀ ਲੋਕਾਂ ਦੇ ਉੱਤੇ ਆਰਥਿਕ ਬੋਝ, ਜਿਹੜੀ ਕਿ ਬੜੀ ਅੱਜ ਕੱਲ ਹਰੇਕ ਘਰ ਦੀ ਜ਼ਰੂਰਤ ਹੈ, ਡੀਜ਼ਲ ਤੇ ਪੈਟਰੋਲ। ਕਿਸੇ ਨੇ ਵੀ ਜਾਣਾ, ਕਿਸੇ ਨੇ ਮੋਟਰਸਾਈਕਲ ਚਲਾਉਣਾ, ਕਿਸੇ ਨੇ ਕਾਰ ਚਲਾਉਣੀ ਹੈ, ਕਿਸੇ ਨੇ ਟਰੈਕਟਰ ਚਲਾਉਣਾ, ਕਿਸੇ ਨੇ ਕੁਝ ਕਰਨਾ ਹੈ, ਇੰਡਸਟਰੀ ਚੱਲਣੀ ਉਹਦੇ ਨਾਲ। ਇਸ ਕਰਕੇ ਜਿਹੜਾ ਆ ਤੁਸੀਂ ਰੇਟ ਵਧਾਇਆ ਕਿ ਨਹੀਂ ਵਧਾਇਆ ਜੀ? ਮਹਾਮਾਰੀ ਦੇ ਦੌਰਾਨ ਏਡਾ ਵੱਡਾ ਤੁਸੀਂ ਬੋਝ ਪਾਇਆ ਕਿ ਨਹੀਂ ਪਾਇਆ? ਜਿਹੜੇ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਵੀ ਜੇ ਬਖਸ਼ਦੇ ਤੇ ਤੁਹਾਡੇ ਤੋਂ ਆਸ ਕੀ ਰੱਖੀਏ? ਸਾਡੇ ਤੇ ਅਸੀਂ ਤੇ ਫਿਰ ਵੀ ਅੱਜ ਅਪੀਲ ਕਰ ਰਹੇ ਹਾਂ, ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ, ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪੈਟਰੋਲੀਅਮ ਡਿਪਾਰਟਮੈਂਟ ਨੂੰ ਕਿਹਾ ਜਾਵੇ ਜਿਹੜੇ ਰੇਟ ਧੜਾ ਧੜ ਵਧਾਏ ਜਾ ਰਹੇ ਨੇ 2 ਹਫ਼ਤਿਆਂ ਦੇ ਵਿੱਚ ਲੋਕਾਂ ਦੀ ਤਰਾਹ ਕਰਾਤੀ ਹੈ। ਇਸ ਕਰਕੇ ਜਿਹੜੀ ਹੈ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ, ਅਸੀਂ ਕਿਸੇ ਜਿੱਦਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ, ਅਸੀਂ ਲੋਕਾਂ ਦੇ ਭਲੇ ਵਾਸਤੇ ਅਪੀਲ ਕਰਦੇ ਹਾਂ। ਔਰ 7 ਤਰੀਕ ਨੂੰ ਵੀ ਲੋਕਾਂ ਦਾ ਜਿਹੜਾ ਵਿਖਾਵਾ ਕਰਾਂਗੇ ਉਹਦੇ 'ਚ ਵੀ ਅਪੀਲ ਹੀ ਕਰਾਂਗੇ ਕਿ ਜਿਹੜਾ ਰੋਸ ਪ੍ਰਗਟਾਵਾ ਵੀ ਕਰਨਾ ਹੈ। ਇਸ ਕਰਕੇ ਵੇਰਕਾ ਸਾਹਿਬ ਇਹਨਾਂ ਗੱਲਾਂ 'ਚ ਨਾ ਪਾਓ, ਨਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਹੈਗਾ ਆ। ਚਲੋ ਠੀਕ ਹੈ, ਤੁਸੀਂ ਆਪਦੀ ਪਾਰਟੀ ਨੂੰ ਜਾਂ ਆਪਣੀ ਸਰਕਾਰ ਨੂੰ ਡਿਫੈਂਡ ਕਰਨਾ ਆ, ਪਰ ਘੱਟੋ ਘੱਟ ਪੰਜਾਬ ਦੇ ਲੋਕਾਂ ਨਾਲ ਤੇ ਧਰੋ ਨਾ ਕਮਾਓ, ਪੰਜਾਬ ਦੇ ਲੋਕਾਂ ਨਾਲ ਤੇ ਧੋਖਾ ਨਾ ਕਰੋ। ਅੰਕੜਿਆਂ ਵਿੱਚ ਹੀ ਧੋਖਾ ਕਰੀ ਜਾ ਰਹੇ ਤੁਸੀਂ। ਇਸ ਕਰਕੇ ਇਹ ਬਿਲਕੁਲ ਗਲਤ ਬੋਲ ਰਹੇ ਨੇ ਵੇਰਕਾ ਸਾਹਿਬ, ਔਰ ਇਹਨਾਂ ਨੂੰ ਰਹਿਮ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੇ ਉੱਤੇ। ਦਿਖਾ ਦਿਓ ਇਹਨਾਂ ਨੂੰ, ਇਹ ਪ੍ਰੋਫੈਸਰ ਨੇ ਵਿਚਾਰੇ, ਅੱਜ ਸਟੂਡੈਂਟ ਵਜੋਂ ਸਿੱਖਣਾ ਪੈ ਰਿਹਾ ਇਹਨੂੰ। ਚਲੋ ਅੰਕੜਿਆਂ ਦਾ ਮਸਲਾ ਨਹੀਂ, ਮਸਲਾ ਤੇ ਹੈ ਕਿ ਲੋਕਾਂ ਤੇ ਬੋਝ ਪੈ ਰਿਹਾ ਹੈਗਾ। ਰਜਿੰਦਰ ਭੰਡਾਰੀ ਜੀ, ਮਸਲਾ ਇਹ ਹੈਗਾ ਕਿ ਤੁਸੀਂ ਅਕਾਲੀ ਦਲ ਦੇ ਗੱਠਜੋੜ 'ਚ ਚੋਣ ਲੜਦੇ ਹੋ ਪੰਜਾਬ 'ਚ, ਇਸ ਗੱਲ ਦਾ ਅਸਰ ਤੁਹਾਡੇ ਤੇ ਚੋਣਾਂ ਤੇ ਨਹੀਂ ਪਏਗਾ ਕਿ ਬੀਜੇਪੀ ਤੇਲ ਵਧਾ ਰਹੀ ਹੈ, ਜਦੋਂ ਤੁਹਾਡਾ ਗੱਠਜੋੜ ਇਹ ਕਹਿ ਰਿਹਾ ਕਿ ਤੇਲ ਵੱਧ ਰਿਹਾ ਹੈਗਾ, ਤੇਲ ਘਟਾਉਣਾ ਚਾਹੀਦਾ? ਤੁਹਾਨੂੰ ਲੋਕ ਨਹੀਂ ਨਾਰਾਜ਼ ਹੋਣਗੇ ਵੋਟਾਂ 'ਚ ਕਿ ਇਹਨਾਂ ਨੂੰ ਵੋਟਾਂ ਕਿਉਂ ਪਾਈਏ? ਇਹਨਾਂ ਦਾ ਤਾਂ ਗੱਠਜੋੜ ਹੀ ਕਹਿ ਰਿਹਾ ਹੈਗਾ ਕਿ ਤੇਲ ਵਧਾ ਰਹੇ ਨੇ। ਦੇਖੋ ਇਦਾਂ ਹੈ ਕਿ ਮੋਦੀ ਗਵਰਨਮੈਂਟ ਦਾ ਇੱਕ ਆਪਣਾ ਇਮੇਜ ਹੈ, ਔਰ ਸਾਡੀ ਨੀਅਤ ਜਿਹੜੀ ਹੈ ਦੇਸ਼ ਦੀ ਤਰੱਕੀ ਵਾਸਤੇ ਔਰ ਲੋਕਾਂ ਦੀ ਭਲਾਈ ਵਾਸਤੇ ਬਿਲਕੁਲ ਕ੍ਰਿਸਟਲ ਕਲੀਅਰ ਹੈ। ਇਸ ਕਾਰਨ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ। ਇਸੇ ਕਾਰਨ ਲੋਕਾਂ ਨੇ ਸਾਨੂੰ ਦੁਆਰਾ ਗਵਰਨਮੈਂਟ ਦੇ ਜ਼ਿਆਦਾ ਬਹੁਮਤ ਨਾਲ ਲੈ ਕੇ ਆਏ। ਜਿੱਦਾਂ ਮੈਂ ਗੱਲ ਕਰ ਰਿਹਾ ਕਿ ਕੋਵਿਡ ਵੇਲੇ ਵੀ, ਕੋਵਿਡ ਤੋਂ ਪਹਿਲਾਂ ਵੀ ਮੋਦੀ ਗਵਰਨਮੈਂਟ ਸਿਰਫ ਕੋਵਿਡ ਨੂੰ ਬਚਾਉਣ ਵਾਸਤੇ ਕੰਮ ਨਹੀਂ ਕਰ ਰਹੀ ਸੀ, ਉਹ ਤਾਂ ਕਰ ਰਹੀ ਸੀ, ਪਰ ਉਹਦੇ ਨਾਲ ਅਰਥ ਵਿਵਸਥਾ ਨੂੰ, ਸਿਰਫ ਅਰਥ ਵਿਵਸਥਾ ਨੂੰ ਹੀ ਨਹੀਂ, ਲੋਕਾਂ ਨੂੰ ਵੀ ਮਦਦ ਹੁੰਦੀ ਰਵੇ। ਆ ਹੁਣ ਦੇਖੋ ਅੱਜ ਪ੍ਰਾਈਮ ਮਿਨਿਸਟਰ ਨੇ ਜੀ 80 ਕਰੋੜ, ਮੈਂ ਕਹਿ ਰਿਹਾ 130 ਕਰੋੜ ਜਨਤਾ ਹੈ, 80 ਕਰੋੜ ਜਨਤਾ ਨੂੰ ਫੇਰ 5 ਮਹੀਨੇ ਦਾ ਰਾਸ਼ਨ ਫ੍ਰੀ ਕਰਤਾ। ਹੁਣ ਇਹ ਦੇਖੋ ਵੇਰਕਾ ਜੀ ਕਹਿ ਰਹੇ ਹੈ ਉਹ ਰਾਸ਼ਨ ਕਿੱਥੋਂ, ਇਹ ਕਿਹੜੀ ਨਵੀਂ ਗੱਲ ਹੈ? ਰਾਸ਼ਨ ਦੇਣਾ ਤਾਂ ਸਟੇਟ ਗਵਰਨਮੈਂਟ ਦਾ ਕੰਮ ਹੈ, ਉਹਦੇ ਕਾਰਨ ਤਾਂ ਅਕਾਲੀ ਦਲ ਧਰਨਾ ਲਾ ਰਿਹਾ ਹੈ। ਰਾਸ਼ਨ ਤਾਂ ਜਿਹੜਾ ਸੈਂਟਰ ਦੇ ਰਿਹਾ ਉਹ ਅਲੱਗ ਤੋਂ ਦੇ ਰਿਹਾ, ਕਰੋੜਾਂ ਰੁਪਏ ਦੀ ਜਿਹੜੀ ਆਮਦਾਦ ਕਰ ਰਿਹਾ ਉਹ ਅਲੱਗ ਕਰ ਰਿਹਾ। ਇਹ ਜਿਹੜਾ ਦੱਸਣ ਵੇਰਕਾ ਸਾਹਿਬ ਕਿ 5 ਸਾਲ ਹੋਣ ਲੱਗੇ ਆ, 4 ਸਾਲ ਤੋਂ ਉੱਤੇ ਦਾ ਹੋ ਗਏ, ਕਿ ਤੁਸੀਂ ਸਮਾਰਟਫੋਨ ਦੇ ਦਿੱਤੇ, ਕਿ ਤੁਸੀਂ ਘਰ ਘਰ ਨੌਕਰੀ ਦੇ ਦਿੱਤੀ, ਤੁਸੀਂ ਦਲਿਤਾਂ ਨੂੰ ਜਿਹੜਾ 50,000 ਦਾ ਕਰਜ਼ ਦੇਣਾ ਸੀ ਦੇ ਦਿੱਤਾ, 500 ਯੂਨਿਟ ਜਿਹੜੇ ਤੁਸੀਂ ਫ੍ਰੀ ਦੇਣੇ ਸੀ ਉਹ ਦੇ ਦਿੱਤੇ, ਉੱਤੇ ਬਾਅਦ ਸਗਨ ਸਕੀਮ ਜਿਹੜੀ ਤੁਸੀਂ 51,000 ਕਰਨੀ ਸੀ ਕਰਤੀ, ਉਹ ਜਿਹੜਾ 1500 ਤੁਸੀਂ ਬਜ਼ੁਰਗਾਂ ਦੀ ਔਰ ਬੇਵਾ ਜਨਾਨੀਆਂ ਦੀ ਪੈਨਸ਼ਨ ਕਰਨੀ ਸੀ ਕਰਤੀ, ਉਹ ਜਿਹੜਾ ਅਨਐਮਪਲੋਇਮੈਂਟ ਅਲਾਉਂਸ ਤੁਸੀਂ ਕਹਿੰਦੇ ਸੀ ਉਹ ਕਰਤਾ। 2000 ਗੱਲਾਂ ਤੁਸੀਂ ਕਰਦੇ ਆ ਡੀਆਂ। ਆਓ ਅਗਲੇ ਇਲੈਕਸ਼ਨ 'ਚ ਕੀ ਦੁਨੀਆ ਤੁਹਾਨੂੰ ਪੁੱਛਦੀ ਹੈ ਕਿ ਸਾਨੂੰ ਪੁੱਛਦੀ ਹੈ? ਵੇਰਕਾ ਜੀ ਤੁਹਾਨੂੰ ਨਹੀਂ ਲੱਗਦਾ ਵੇਰਕਾ ਜੀ ਜਿਹੜੀ ਗੱਲ ਆ ਕਿ ਤੁਹਾਡੇ ਕੋਲੇ ਮੋਰਲ ਅਥਾਰਟੀ ਉਹਦੀ ਹੁੰਦੀ ਹੈ
ਤੁਸੀਂ ਦੂਜੇ ਦੇ ਸਵਾਲ ਉਦੋਂ ਖੜੇ ਕਰਦੇ ਹੋ ਜਦੋਂ ਤੁਸੀਂ ਕੁਝ ਜਿਵੇਂ ਸਟੇਟ ਕੁਝ ਕਰ ਰਹੀ ਹੋਵੇ। ਜਿੰਨੇ ਮੁੱਦਿਆਂ ਤੇ ਤੁਹਾਨੂੰ ਬੀਜੇਪੀ ਘੇਰ ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਫਿਰ ਇਹ ਗੱਲਾਂ ਦਾ ਕੋਈ ਅਸਰ ਨਹੀਂ ਹੋਏਗਾ? ਲੋਕ ਸਭ ਜਾਣਦੇ ਨੇ। ਗੱਲ ਇਹ ਹੈ ਯਾਦਵਿੰਦਰ ਜੀ, ਇਹਨਾਂ ਨੂੰ ਪੁੱਛੋ ਕਿ ਮੋਦੀ ਸਾਹਿਬ ਨੇ ਕਿਹਾ ਸੀ ਕਿ 15-15 ਲੱਖ ਰੁਪਈਆ ਇਹ ਸਾਰਿਆਂ ਦੇ ਅਕਾਊਂਟ 'ਚ ਜਾਣਾ ਸੀ, ਚਲਾ ਗਿਆ। ਮੋਦੀ ਸਾਹਿਬ ਨੇ ਕਿਹਾ ਸੀ ਸਾਰੇ ਕਿਸਾਨਾਂ ਦੀ ਆਮਦਨ ਡਬਲ ਹੋਏਗੀ, ਇਹ ਡਬਲ ਹੋ ਗਈ। ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ 20 ਲੱਖ ਕਰੋੜ ਰੁਪਈਆ, ਜਿਹਦਾ ਭੰਡਾਰੀ ਸਾਹਿਬ ਨੇ ਜ਼ਿਕਰ ਕੀਤਾ ਕਿ ਇਹ 20 ਲੱਖ ਕਰੋੜ ਰੁਪਈਆ ਇਹ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਵੰਡ ਦਿੱਤਾ। ਆਪ ਅੱਜ ਪੰਜਾਬ ਦੇ ਕਿਸਾਨ ਨੂੰ ਪੁੱਛੋ 1 ਰੁਪਈਆ ਮਿਲਿਆ? ਕਿਸੇ ਮਜ਼ਦੂਰ ਨੂੰ ਪੁੱਛੋ 1 ਰੁਪਈਆ ਮਿਲਿਆ? ਕਿਸੇ ਇੰਡਸਟਰੀ ਨੂੰ ਪੁੱਛੋ ਉਹਦਾ ਕਰਜ਼ਾ ਮਾਫ ਹੋ ਗਿਆ? ਕਿਸੇ ਕਿਸਾਨ ਦਾ ਕਰਜ਼ਾ ਮਾਫ ਹੋ ਗਿਆ? ਲੇਕਿਨ ਮੈਂ ਇਹ ਗੱਲ ਕਹਾਂ ਕਿ ਅੱਜ ਦੇਸ਼ ਦੀ ਅਰਥਵਿਵਸਥਾ ਜਿਸ ਬੁਰੀ ਤਰ੍ਹਾਂ ਪਟੜੀ ਤੋਂ ਉਤਰੀ ਹੋਈ ਹੈ, ਅੱਜ ਦੇਸ਼ ਤਰਾਈ ਕਰ ਰਿਹਾ ਹੈ, ਦੇਸ਼ ਭੁੱਖਮਰੀ ਦਾ ਸ਼ਿਕਾਰ ਹੋਇਆ ਹੈ। ਦੇਸ਼ ਦੇ ਅੰਦਰ ਅੱਜ ਜਿਸ ਤਰ੍ਹਾਂ ਨਾਲ ਗੈਰ ਜ਼ਿੰਮੇਵਾਰੀ ਦੇ ਨਾਲ ਇਹ ਦੰਗੇ ਫਸਾਦ ਹੋ ਰਹੇ ਹੈ, ਅੱਜ ਕੌਣ ਇਸ ਗੱਲ ਦੇ ਵਾਸਤੇ ਅੱਜ ਕਾਬਲ ਹੈ ਇਹ ਗੱਲ ਕਹਿਣ ਲਈ ਕਿ ਮੋਦੀ ਸਰਕਾਰ ਬੜਾ ਚੰਗਾ ਕੰਮ ਕਰ ਰਹੀ ਹੈ? ਕਾਰਖਾਨੇਦਾਰ ਨੂੰ ਪੁੱਛੋ ਚੰਗਾ ਹੋ ਰਿਹਾ, ਕਿਸਾਨ ਨੂੰ ਪੁੱਛੋ ਖੁਸ਼ ਹੈ, ਮਜ਼ਦੂਰ ਨੂੰ ਪੁੱਛੋ ਅੱਜ ਉਹ ਖੁਸ਼ ਹੈ, ਇੰਡਸਟਰੀ ਨੂੰ ਪੁੱਛੋ ਖੁਸ਼ ਹੈ। ਨਹੀਂ, ਅਕਾਲੀ ਦਲ ਤੇ ਬੀਜੇਪੀ ਤੁਹਾਡੇ ਬਾਰੇ ਉਲਟਾ ਇਹ ਕਹਿ ਦਿੰਦੇ ਨੇ। ਉਹ ਪੁੱਛਦੇ ਆ ਕਿ ਕਰਜ਼ਾ ਜਿਹੜਾ ਕਿਹਾ ਸੀ 90,000 ਕਰੋੜ ਦਾ, ਸਮਾਰਟਫੋਨ, ਉਹ ਤੁਹਾਨੂੰ ਵੀ ਉਹੀ ਕਹਿ ਦਿੰਦੇ ਨੇ ਜੋ ਤੁਸੀਂ ਬੀਜੇਪੀ ਨੂੰ ਕਹਿ ਰਹੇ ਹੋ, ਮੋਦੀ ਨੂੰ ਕਹਿ ਰਹੇ ਹੋ। ਯਾਦਵਿੰਦਰ ਨਹੀਂ, ਮੈਂ ਜਵਾਬ ਦੇਣਾ। 750 ਰੁਪਏ ਬੇਟਾ ਸਾਹਿਬ ਦਾ ਜਵਾਬ ਦੇਣਾ। ਇਹਨਾਂ ਦਾ 15,000 ਸਗਨ ਸਕੀਮ ਤੋਂ 21,000 ਅਸੀਂ ਕਰ ਚੁੱਕੇ ਹੋਏ ਹਾਂ। ਔਰ ਅਸੀਂ ਇਹਨਾਂ ਦੇ ਵਾਸਤੇ ਜਿੱਥੋਂ ਤੱਕ ਫੋਨ ਦਾ ਟੈਲੀਫੋਨ ਦਾ ਸਵਾਲ ਹੈ, ਔਰ ਸਾਡਾ ਜਿਹੜਾ ਇਹ ਜਿੰਨੀਆਂ ਕਮਿਟਮੈਂਟ ਹੈਗੀਆਂ ਉਹ 5 ਸਾਲ ਦੀਆਂ ਕਮਿਟਮੈਂਟ ਸਾਡੀਆਂ ਹੈਗੀਆਂ, ਔਰ ਅਸੀਂ 50,000 ਕੇ ਅਸੀਂ ਸਗਨ ਤੁਸੀਂ ਪੂਰੀ ਕਰਾਂਗੇ। 21,000 ਕਰ ਚੁੱਕੇ ਇਸ ਗੱਲ ਦਾ ਹੈ ਕਿ ਅੱਜ ਦੇਸ਼ ਜਿਸ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ, ਅੱਜ ਦੇਸ਼ ਜਿਸ ਤਰੱਕੀ ਦੀ ਪਟੜੀ ਤੋਂ ਉਤਰਿਆ ਪਿਆ, ਅੱਜ ਉਹਦਾ ਜ਼ਿੰਮੇਵਾਰ ਕੌਣ ਹੈ? ਅੱਜ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦਾ ਹਾਲਾਤ ਕੀ ਇਹਨਾਂ ਨੇ ਕਰ ਦਿੱਤਾ। ਮੈਨੂੰ ਧੰਨਵਾਦ ਕਰਨਾ ਚਾਹਨਾ ਮੈਂ ਇੱਕ ਦੂਜੇ ਪਾਸੇ ਕਿ ਜਮੀਰ ਜਾਗੀ ਹੈ ਅਕਾਲੀ ਦਲ ਦੀ ਕਿ ਸੜਕਾਂ ਦੇ ਉੱਤਰ ਲੱਗੇ ਆ। ਉਹ ਇਸ ਲਈ ਉੱਤਰ ਲੱਗੇ ਆ ਕਿ ਮਦਨ ਮੋਹਨ ਮਿੱਤਲ ਨੇ ਇਹ ਵਾਰਨਿੰਗ ਦਿੱਤੀ ਹੈ ਕਿ ਅਸੀਂ 50% ਸੀਟਾਂ ਲਾਂਗੇ। 50% ਸੀਟਾਂ ਦਾ ਰੋਲਾ ਕੰਨਾਂ 'ਚ ਪਿਆ ਤੇ ਵਿਰੋਧ ਲਈ ਸੜਕਾਂ ਤੇ ਉਤਰੇ ਆ। ਉਹ ਤਾਂ 59 ਸੀਟਾਂ ਕਹਿ ਰਹੇ ਨੇ। ਕੀ ਬਲਟੋਆ ਜੀ ਇਹ ਕਾਰਨ ਹੈ ਤੁਸੀਂ ਸੜਕਾਂ ਤੇ ਤਾਂ ਉਤਰੇ ਕਿਉਂਕਿ ਇਸੇ ਗੱਲ ਨੂੰ ਲੋਕ ਡੀਕੋਡ ਕਰ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਬਿਆਨ ਕਿਉਂ ਦੇ ਰਹੇ ਨੇ, ਅਕਾਲੀ ਦਲ ਧਰਨਾ ਕਿਉਂ ਲਾ ਰਿਹਾ ਹੈਗਾ? ਪਹਿਲਾਂ ਤਾਂ ਕਦੇ ਅਕਾਲੀ ਦਲ ਨੇ ਬੀਜੇਪੀ ਖਿਲਾਫ ਧਰਨਾ ਨਹੀਂ ਲਾਇਆ, ਸੈਂਟਰ ਖਿਲਾਫ ਜਦੋਂ ਬੀਜੇਪੀ ਹੋਵੇ। ਕੀ ਇਹ ਕਾਰਨ ਆ ਕਿ ਉਹ ਟਿਕਟਾਂ ਜ਼ਿਆਦਾ ਮੰਗ ਰਹੇ ਨੇ, ਉਹ ਭਾਰੂ ਹੋ ਰਹੇ ਨੇ ਤੁਹਾਡੇ ਤੇ? ਦੇਖੋ ਯਾਦਵਿੰਦਰ, ਮੈਂ ਵਾਰ-ਵਾਰ ਸਪਸ਼ਟ ਕਰ ਰਿਹਾ ਕਿ ਸਾਡਾ ਜਿਹੜਾ ਇਹ ਵਿਖਾਵਾ ਆ ਜਾਂ ਜਿਹੜਾ ਇਹ ਰੋਸ ਪ੍ਰਗਟਾਵਾ ਕਰ ਰਹੇ ਹਾਂ, ਇਹ ਲੋਕ ਹਿੱਤ ਵਿੱਚ ਕਰ ਰਹੇ ਹਾਂ ਕਿ ਜਿਸ ਕਦਰ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਧ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੋਨਾਂ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ, ਲੋਕਾਂ ਦੀ ਆਵਾਜ਼ ਪਹੁੰਚਾਉਣ ਵਾਸਤੇ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕੀ ਇਹ ਗਲਤ ਹੈ? ਔਰ ਦੂਸਰੀ ਗੱਲ ਜਿਹੜੀ ਹੈ, ਕੋਈ 59 ਮੰਗਦਾ ਹੈ, ਕੋਈ ਅੱਧੀਆਂ ਮੰਗਦਾ ਹੈ, ਕੋਈ ਕਿੰਨੀਆਂ ਮੰਗਦਾ ਹੈ, ਇਹ ਤਾਂ 2014 ਤੋਂ ਚੱਲੀ ਆਉਂਦਾ ਹੈ। ਹਰੇਕ 6 ਮਹੀਨੇ ਬਾਅਦ ਕਦੀ ਮਾਸਟਰ ਮੋਹਨ ਲਾਲ ਜੀ ਬੋਲ ਪੈਂਦੇ ਨੇ, ਕਦੀ ਮਦਨ ਮੋਹਨ ਮਿੱਤਲ ਜੀ ਬੋਲ ਪੈਂਦੇ ਨੇ। ਠੀਕ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ, ਅਸੀਂ ਸਤਿਕਾਰ ਕਰਦੇ ਹਾਂ, ਸਾਡਾ ਬੜਾ ਪਿਆਰ ਉਹਨਾਂ ਦੇ ਨਾਲ। ਪਰ ਜਿਹੜੇ ਆਪ ਲੀਹੋਂ ਲੱਥੇ ਨੇ, ਜਿਹਨਾਂ ਨੂੰ ਆਪ ਪਾਰਟੀ ਨਹੀਂ ਪੁੱਛਦੀ, ਜਿਨ੍ਹਾਂ ਨੇ ਦੋਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਉਹ ਟਿਕਟਾਂ ਵੰਡਣ ਦੀ ਗੱਲ ਕਰਦੇ ਨੇ। ਇਹ ਬਿਆਨ ਦੇਵੇ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੇਣ, ਜਿਹੜੇ ਇੰਚਾਰਜ ਨੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ, ਉਹ ਦੇਣ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਉਹ ਦੇਵੇ, ਫਿਰ ਤਾਂ ਅਸੀਂ ਮੰਨੀਏ। ਇਹ ਨਾ ਜੇ ਹੈ ਖਦਸ਼ਾ ਆ ਤਾਂ ਨਾ ਇਹੋ ਜਿਹੇ ਬਿਆਨਾਂ ਤੇ ਅਸੀਂ ਹੱਸਦੇ ਹਾਂ। ਅਸੀਂ ਨਹੀਂ ਹੱਸਦੇ, ਭਾਰਤੀ ਜਨਤਾ ਪਾਰਟੀ ਵਾਲੇ ਵੀ ਹੱਸਦੇ ਹੈ ਕਿ ਮਾਸਟਰ ਮੋਹਨ ਲਾਲ ਜੀ, ਮਦਨ ਮੋਹਨ ਮਿੱਤਲ ਜੀ ਜਿਹੜੇ ਲੀਹੋਂ ਲੱਥੇ ਨੇ, ਇਹ ਕਿਹੋ ਜਿਹੇ ਬਿਆਨ ਦਿੰਦੇ ਨੇ। ਇਸ ਕਰਕੇ ਇਹ ਅਜਿਹੀਆਂ ਗੱਲਾਂ ਦੇ ਉੱਤੇ ਵੇਰਕਾ ਸਾਹਿਬ ਜਦੋਂ ਮਰਜ਼ੀ ਤੁਰੇ ਫਿਰਨ। ਬਾਕੀ ਮੈਨੂੰ ਇੱਕ ਵੇਰਕਾ ਸਾਹਿਬ ਦੱਸ ਦੇਣ। ਮੈਂ ਪਹਿਲੀ ਤਾਂ ਗੱਲ ਹੈ ਜੇ ਪ੍ਰਧਾਨ ਮੰਤਰੀ ਸਾਹਿਬ ਦਾ ਇਸ ਗੱਲੋਂ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਅੱਜ ਐਲਾਨ ਕੀਤਾ ਕਿ 80 ਕਰੋੜ ਲੋਕਾਂ ਨੂੰ 5 ਮਹੀਨੇ ਵਾਸਤੇ ਸਸਤਾ ਅਨਾਜ ਦਿੱਤਾ ਜਾਵੇਗਾ। ਮੋਦੀ ਸਾਹਿਬ ਨੇ ਤਾਂ ਗਰੀਬਾਂ ਵਾਸਤੇ ਭੇਜਿਆ, ਲੋੜਵੰਦਾਂ ਵਾਸਤੇ ਭੇਜਿਆ, ਪਰ ਇੱਥੇ ਕੀ ਵਾਪਰਿਆ? 1 ਕਰੋੜ 48 ਲੱਖ ਲੋਕਾਂ ਵਾਸਤੇ ਪੰਜਾਬ ਦੇ ਵਿੱਚ ਅਨਾਜ ਆਇਆ ਫ੍ਰੀ ਮੋਦੀ ਸਾਹਿਬ ਵੱਲੋਂ। ਕੇਵਲ ਤੇ ਕੇਵਲ ਕਾਂਗਰਸੀ ਆਗੂਆਂ ਨੇ, ਕਾਂਗਰਸੀ ਸਰਪੰਚਾਂ ਨੇ, ਕਾਂਗਰਸੀ ਮੋਹਤਬਰਾਂ ਨੇ, ਕਾਂਗਰਸੀ ਵਰਕਰਾਂ ਨੇ ਆਪਣੇ ਘਰ ਭਰੇ।
ਆਪਣੇ ਘਰ ਭਰੇ ਕੇਵਲ ਤੇ ਕੇਵਲ। ਅੱਜ ਕੀ ਹੈ, ਜਿਹੜਾ ਡੀਪੂ ਹੋਲਡਰ ਕਹਿੰਦਾ ਹੈ ਕਿ ਮੈਂ ਆਪਣੇ ਆਪ ਵੰਡੂੰਗਾ, ਮੇਰੀ ਜ਼ਿੰਮੇਵਾਰੀ ਹੈ, ਉਹਦਾ ਜਿਹੜਾ ਵਲਟੋਆ ਜੀ ਤੁਹਾਡੇ ਕੋਲ ਆਉਣੇ ਉਹ ਗੱਲ ਹੋਰ ਪਾਸੇ ਚਲੀ ਜਾਊਗੀ, ਆਪਾਂ ਜਵਾਬ ਲੈ ਲਈਏ ਨਾਲ ਦੀ ਨਾਲ। ਰਜਿੰਦਰ ਭੰਡਾਰੀ ਜੀ, ਕੀ ਤੁਹਾਡੇ ਲੀਹੋਂ ਲੱਥੇ ਲੀਡਰ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹੀ ਇਹ ਬਿਆਨਬਾਜ਼ੀ ਕਰ ਰਹੇ ਨੇ? ਵਲਟੋਆ ਜੀ ਕਹਿ ਰਹੇ ਨੇ ਜਿਹੜੇ ਲੀਹੋਂ ਲੱਥੇ ਹੋਏ ਨੇ ਰਿਸਪੈਕਟ ਕਰਦੇ ਆ, ਕਹਿੰਦੇ ਅਸੀਂ ਪਰ ਉਹਨਾਂ ਦੀ, ਪਰ ਕਿਉਂਕਿ ਲੀਹੋਂ ਲੱਥੇ ਹੋਏ ਨੇ ਉਹਨਾਂ ਨੂੰ ਕੋਈ ਟਿਕਟਾਂ ਨਹੀਂ ਮਿਲੀਆਂ, ਉਹ ਰੌਲਾ ਪਾਉਂਦੇ ਨੇ। ਇਸ ਤਰ੍ਹਾਂ ਦਾ ਕੋਈ ਗੱਲ ਹੀ ਨਹੀਂ, ਜੇ ਗੱਲ ਆ ਤੇ ਪ੍ਰਧਾਨ ਕਰਨ। ਬਿਲਕੁਲ ਠੀਕ ਕਹਿ ਰਹੇ ਹੈ। ਅਸੀਂ ਵੀ ਜਦ ਅਕਾਲੀ ਦਲ ਤੋਂ ਕੋਈ ਗੱਲ ਆਉਂਦੀ ਹੈ ਅਸੀਂ ਉਹਨਾਂ ਦੀ ਆਥੈਂਟਿਕ ਸਟੇਟਮੈਂਟ ਉਸ ਲਈ ਹੀ ਮੰਨੀ ਦੀ ਹੈ। ਆਵਾਜ਼ ਨਹੀਂ ਆ ਰਹੀ ਜੀ। ਜਦ ਪਾਰਟੀ ਪੱਧਰ ਤੇ ਪਾਰਟੀ ਦਾ ਪ੍ਰਧਾਨ ਕੁਝ ਕਵੇ ਜਾਂ ਪਾਰਟੀ ਦਾ ਕੋਈ ਸਪੋਕਸਮੈਨ ਕਵੇ, ਜਿਹੜੇ ਇੰਡੀਵਿਜੂਅਲ ਬੋਲਦੇ ਨੇ, ਦੇਖੋ ਉਹਨਾਂ ਦੀ ਆਪਣੀ رائے ਹੁੰਦੀ ਹੈ। ਪਾਰਟੀ ਦੇ ਵਿੱਚ ਵੈਸੇ ਪਬਲਿਕਲੀ ਸਾਡੀ ਤਾਂ ਡਿਸਪਲਿਨ ਪਾਰਟੀ ਹੈ, ਪਬਲਿਕਲੀ ਅਸੀਂ ਮਨਾ ਕੀਤਾ ਹੁੰਦਾ, ਪਰ ਕਈ ਵਾਰ ਹੁੰਦਾ ਨਾ ਵੀ ਬਹੁਤ ਜ਼ਿਆਦਾ ਸੀਨੀਅਰ ਲੀਡਰ ਨੇ, ਚਲੋ ਇੱਕ ਅੱਧੀ ਗੱਲ ਇਹਨਾਂ ਦੀ ਇਗਨੋਰ ਕਰ ਦਿਓ, ਐਸੀ ਕੋਈ ਗੱਲ ਹੈ। ਬਾਕੀ ਬੀਜੇਪੀ और ਅਕਾਲੀ ਦਲ ਦਾ ਸੀਟਾਂ ਨੂੰ ਲੈ ਕੇ ਕੋਈ ਐਸੀ ਦਿੱਕਤ ਨਹੀਂ ਹੈ, ਨਾ ਅੱਗੇ ਸੀ ਨਾ ਹੋਣਾ। ਲੇਕਿਨ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਮੈਂ, ਕਿ ਵੇਰਕਾ ਜੀ ਨੇ ਕਿਹਾ ਕੀਤਾ ਕੀ, ਹੁਣ ਇੱਕ ਗੱਲ ਇਹ ਕਹਿ ਕੇ ਕੀਤਾ ਕੀ, ਹੁਣ ਮੇਰਾ ਜਵਾਬ ਵੀ ਦੇਣ। ਬੋਲੋ ਜੀ, ਉਹ ਜਿਹੜਾ ਰਾਸ਼ਨ ਆ ਰਿਹਾ ਤੁਸੀਂ ਵੰਡ ਰਹੇ ਹੋ, ਤੁਹਾਡੇ ਹੱਥੋਂ ਵੰਡ ਰਹੇ ਹੋ, ਰਾਸ਼ਨ ਕਿਹਨਾਂ ਨੇ ਭੇਜਿਆ? ਆ ਜਿਹੜੇ 5 ਮਹੀਨੇ ਹੋ ਰਾਸ਼ਨ ਆਣਾ ਫ੍ਰੀ ਗਰੀਬਾਂ ਨੂੰ, 80 ਕਰੋੜ ਲੋਕਾਂ ਨੂੰ ਸਾਰੇ ਹਿੰਦੁਸਤਾਨ ਦੇ, ਉਹਦੇ ਵਿੱਚ ਪੰਜਾਬ ਦੇ ਗਰੀਬ ਵੀ ਆ, ਉਹ ਕਿਹਨਾਂ ਨੇ ਭੇਜਿਆ? ਉਸ ਤੋਂ ਬਾਅਦ ਦੱਸੋ ਕਿ ਜਨਧਨ ਖਾਤਿਆਂ 'ਚ 20 ਕਰੋੜ ਮਹਿਲਾਵਾਂ ਨੂੰ 500 ਰੁਪਇਆ ਪਰ ਮਹੀਨੇ 3 ਮਹੀਨਿਆਂ ਵਾਸਤੇ, ਇਹ ਕੋਵਿਡ 'ਚ ਹੈ, ਇਹ ਗਏ ਕਿ ਨਹੀਂ ਉਹਨਾਂ ਦੇ ਖਾਤਿਆਂ 'ਚ? ਫਿਰ ਆਓ 3 ਮਹੀਨੇ 'ਚ ਗਰੀਬਾਂ ਦੇ ਲੇਡੀਜ਼ ਨੂੰ 8 ਕਰੋੜ ਲੇਡੀਜ਼ ਨੂੰ ਅਸੀਂ ਫ੍ਰੀ ਸਿਲੰਡਰ ਦਿੱਤੇ ਕਿ ਨਹੀਂ ਦਿੱਤੇ? ਉਹ ਇਸੇ ਕੋਵਿਡ 'ਚ ਦਿੱਤੇ। ਫਿਰ ਆ ਜਾਓ ਕਿਸਾਨਾਂ ਨੂੰ ਅਸੀਂ 8 ਕਰੋੜ 70 ਲੱਖ ਕਿਸਾਨਾਂ ਨੂੰ ਅਸੀਂ ਅਪ੍ਰੈਲ 'ਚ 2000 ਰੁਪਏ ਉਹਨਾਂ ਦੇ ਖਾਤਿਆਂ 'ਚ ਪਾਇਆ। ਅੱਗੇ ਆਓ ਸੀਨੀਅਰ ਸਿਟੀਜ਼ਨ ਤੇ ਦਿਵਿਆਂਗ ਭਰਾਵਾਂ ਨੂੰ ਅਸੀਂ 1000 ਰੁਪਏ ਉਹਨਾਂ ਦੇ ਖਾਤਿਆਂ 'ਚ ਪਾਇਆ। ਫਿਰ ਆ ਜਾਓ ਲੇਬਰ ਕਾਰਡ ਦੇ ਜਿਹੜੇ ਲੇਬਰ ਦੇ ਲੋਕ ਹੈ ਉਹਨਾਂ ਨੂੰ 3000 ਰੁਪਈਆ ਅਸੀਂ ਉਹਨਾਂ ਦੇ ਖਾਤਿਆਂ 'ਚ ਡਾਇਰੈਕਟ ਟ੍ਰਾਂਸਫਰ ਕੀਤਾ। ਉਸ ਤੋਂ ਬਾਅਦ 20 ਲੱਖ ਕਰੋੜ ਦਾ ਪੈਕੇਜ ਇਹ ਕਹਿੰਦੇ ਕਿਸਾਨਾਂ ਲਈ ਕੀਤਾ, ਉਹ ਕਿਸਾਨਾਂ ਦੇ 2-2000 ਰੁਪਏ ਖਾਤਿਆਂ 'ਚ ਗਿਆ। ਉਸ ਤੋਂ ਬਾਅਦ ਕਹਿੰਦੇ ਆ ਇੰਡਸਟਰੀਸਟਾਂ ਦੇ ਕੀਤਾ 3 ਲੱਖ ਕਰੋੜ ਦੇ ਜਿਹੜੇ ਬਗੈਰ ਸਿਕਿਉਰਿਟੀ ਤੋਂ, ਕਲੈਕਟਰ ਤੋਂ, ਕੋਲੈਟਰੇਟਰ ਤੋਂ MSME ਨੂੰ ਦਿੱਤੇ ਆ 3 ਲੱਖ ਕਰੋੜ, ਉਹ ਚੋਂ 50,000 ਕਰੋੜ ਅਵੇਲ ਵੀ ਕਰ ਗਏ। ਉਸ ਤੋਂ ਬਾਅਦ 1 ਲੱਖ ਕਰੋੜ ਕਿਸਾਨਾਂ ਦੇ ਇਨਫਰਾਸਟ੍ਰਕਚਰ ਵਾਸਤੇ ਰੱਖਿਆ। ਫਿਰ 50,000 ਕਰੋੜ ਆ ਰੇੜੀਆਂ ਵਾਲੇ, ਠੇਲਿਆਂ ਵਾਲੇ, ਸਟਰੀਟ ਵੈਂਡਰਸ ਵਾਸਤੇ ਰੱਖਿਆ। 50,000 ਕਰੋੜ ਇੰਪਲਾਇਮੈਂਟ ਵਾਸਤੇ ਰੱਖਿਆ। ਔਰ 1000 ਕੋਵਿਡ ਹਸਪੀਟਲ ਹੁਣ ਅਸੀਂ ਬਣਾਏ। 48 에ਅਰਪੋਰਟ ਨਵੇਂ ਐਡ ਕੀਤੇ। ਕੀ ਗੱਲਾਂ ਕਰਦੇ ਹੋ, ਕੀ ਕੀਤਾ? ਇਹਦਾ ਜਵਾਬ ਦਿਓ, ਤੁਸੀਂ ਦੱਸੋ ਕੀ ਕੀਤਾ? ਤੁਸੀਂ ਕਹਿੰਦੇ ਨੇ 15 ਲੱਖ ਦੀ ਗੱਲ ਕਰਦੇ ਹੋ, ਬਾਰ-ਬਾਰ 15 ਲੱਖ ਦੀ ਗੱਲ ਆ ਕੇ ਕਹਿੰਦੇ, ਹਾਲਾਂਕਿ ਤੁਸੀਂ ਉਹਨੂੰ ਕਹਿੰਦੇ ਰਹੇ ਹੋ ਕਿ ਉਹ 15 ਲੱਖ ਦੇਖੋ ਜੀ ਲੋਕਾਂ ਨੇ ਲੈ ਲਿਆ। ਕੋਈ ਹਾਂ ਨਹੀਂ ਮੇਰੇ ਨਾਲ ਕੋਈ ਵੀ ਕਲਿੱਪਿੰਗ ਲਿਆ ਕੇ ਦੇਣ, ਕੋਈ ਵੀ ਕਲਿੱਪਿੰਗ, ਸਿਰਫ ਪ੍ਰਾਈਮ ਮਿਨਿਸਟਰ ਦੀ ਨਹੀਂ, ਕਿਸੇ ਵੀ ਮੇਜਰ ਬੀਜੇਪੀ ਲੀਡਰ ਦੀ, ਕਿ ਅਸੀਂ 15 ਲੱਖ ਕਰੋੜ ਰੁਪਇਆ ਖਾਤਿਆਂ 'ਚ ਪਾਵਾਂਗੇ। ਕਦੀ ਪ੍ਰਾਈਮ ਮਿਨਿਸਟਰ ਨੇ ਨਹੀਂ ਕਿਹਾ, ਉਹ ਤੋਂ ਪਹਿਲਾਂ ਵੀ ਨਹੀਂ ਕਿਹਾ। ਉਹ ਕਈ ਵਾਰ ਜਿਹੜੀ ਪਬਲਿਕ ਰੈਲੀ ਕਰਦੇ ਹੋਏ ਕਈ ਗੱਲਾਂ ਕਰਦੇ ਆ ਕਿ ਜੇ ਸਾਰੇ ਪੈਸੇ ਆ ਜਾਣ ਤੇ 15 ਲੱਖ ਕਰੋੜ 15 ਲੱਖ ਰੁਪਇਆ ਪਰ ਸਿਟੀਜ਼ਨ ਦੇ ਹੁੰਦਾ ਹੈ। ਇਹ ਕਰਕੇ ਖਾਤਿਆਂ 'ਚ ਜਮ੍ਹਾਂ ਕਰਾਉਣਾ, ਜਿਹੜਾ ਖਾਤਿਆਂ 'ਚ ਜਮ੍ਹਾਂ ਕਰਾ ਰਹੇ हैं ਡੰਕੇ ਦੀ ਚੋੜ ਨਾਲ ਜਮ੍ਹਾਂ ਕਰਾ ਰਹੇ हैं, ਅੱਜ ਵੀ ਕਰਾ ਰਹੇ हैं, ਪਿਛਲੇ 5-6 ਸਾਲਾਂ ਤੋਂ ਵੀ ਕਰਾ ਰਹੇ ਸੀ। ਇਸ ਕਾਰਨ ਜੋ ਵਿਰਕਾ ਜੀ ਹੈ ਕੋਈ ਜਵਾਬ ਇਹ ਕਹਿ ਰਿਹਾ ਕਿ ਅਸੀਂ ਤਾਂ ਬਹੁਤ ਕੁਝ ਕੀਤਾ, ਤੁਸੀਂ ਕੁਝ ਨਹੀਂ ਕੀਤਾ। ਇਹਨਾਂ ਮੰਗੋ ਤੁਹਾਡੀ ਸਰਕਾਰ ਨੇ ਜੋ ਵਾਅਦੇ ਕੀਤੇ ਉਹ ਨਹੀਂ ਕੀਤੇ, ਮੋਦੀ ਸਰਕਾਰ ਨੇ ਤਾਂ ਬਹੁਤ ਕੁਝ ਕੀਤਾ ਹੈ, ਦਾਵਾ ਬੀਜੇਪੀ ਕਰ ਰਹੀ ਹੈ। ਵਿਰਕਾ ਜੀ ਯਾ ਦਵਿੰਦਰ, ਜਿਸ ਤਰੀਕੇ ਨਾਲ ਟੈਕਸਾਂ ਦੇ ਨਾਲ ਇਹ ਲੋਕਾਂ ਦਾ ਲੱਕ ਤੋੜਤਾ ਨਾ ਕੇਂਦਰ ਨੇ, ਇਹ ਪੰਜਾਬ ਦੇ ਜੇ ਲੋਕਾਂ ਨੂੰ ਨੀਲੇ ਕਾਟਾਂ ਦਾ ਰਾਸ਼ਨ ਭੇਜ ਰਹੇ ਆ ਨਾ, ਇਹ ਸਾਡੇ ਸਿਰ ਤੇ ਸਾਨ ਨਹੀਂ ਕਰ ਰਹੇ। ਅਸੀਂ ਇਹਨਾਂ ਨੂੰ ਇਨਕਮ ਟੈਕਸ ਦੇ ਰਾਹੀਂ ਹਜ਼ਾਰਾਂ ਕਰੋੜ ਰੁਪਇਆ ਦੇ ਰਹੇ ਹਾਂ, ਔਰ ਕਸਟਮ ਐਕਸਾਈਜ਼ ਦੇ ਥਰੂ ਅਸੀਂ ਇਹਨਾਂ ਦੇ ਪੂਲ ਦੇ ਵਿੱਚ ਸੈਂਕੜੋ ਕਰੋੜ ਰੁਪਇਆ ਅਸੀਂ ਦੇ ਰਹੇ ਹਾਂ। ਪੰਜਾਬ ਤੋਂ ਟੈਕਸ ਜਾ ਰਿਹਾ ਹੈ, ਉਹਦੀ ਬਦੌਲਤ ਜੇਕਰ ਗਰੀਬ ਦੇ ਵਾਸਤੇ ਇਹ ਰਾਸ਼ਨ ਭੇਜਦੇ ਆ ਤੇ ਕੋਈ ਸਾਨ ਸਾਡੇ ਸਿਰ ਤੇ ਨਹੀਂ ਕਰ ਰਹੇ ਕਿ ਇਹ ਗੱਲ ਕਹਿਣ। ਲੇਕਿਨ ਮੈਂ ਗੱਲ ਕਹੀ, ਇਹਨਾਂ ਨੇ ਕਿਹਾ 1 ਲੱਖ ਕਰੋੜ ਰੁਪਇਆ ਇੰਡਸਟਰੀ ਵਾਸਤੇ ਰੱਖ ਲਿਆ,
50,000 ਕਰੋੜ ਰੁਪਈਆ ਫਲਾਣੇ ਵਾਸਤੇ ਰੱਖ ਲਿਆ। ਭਾਈ ਰੱਖਿਆ ਕਿਹੜੀ ਜਗ੍ਹਾ ਤੇ ਆ, ਦੇਣਾ ਕਦੋਂ ਆ, ਉਹ ਦਿੱਤਾ ਕਿਹਨੂੰ? ਉਹ ਕਿਸੇ ਨੂੰ ਇਹ ਫੋਨ ਮਿਲਾਓ ਜਰਾ, ਇੱਥੋਂ ਜਰਾ ਲਾਈਵ ਕਰੋ, ਇੱਕ ਦੋ ਫੋਨ ਮਿਲਾ ਕੇ ਇੰਡਸਟਰੀ ਵਾਲਿਆਂ ਨੂੰ ਪੁੱਛੋ ਕਿ ਭਾਈ ਤੈਨੂੰ ਕਿੰਨੇ ਪੈਸੇ ਮਿਲੇ। ਕਰੋ ਇੰਡਸਟਰੀ ਵਾਲਿਆਂ ਨੂੰ ਕਰੋ ਕਿ 50 ਇੰਡਸਟਰੀ ਵਾਲਿਆਂ ਨੂੰ ਕਰੋ ਕਿ 50,000 ਕਰੋੜ ਉਹਨਾਂ ਨੇ ਬੈਂਕਾਂ 'ਚ ਲੈ ਲਿਆ ਕਿ ਨਹੀਂ ਲੱਗ ਜਾਣਾ 1 ਮਿੰਟ ਦੇ ਅੰਦਰ ਹੀ ਬਗੈਰ ਕਿਸੇ ਸਿਕਿਉਰਿਟੀ ਤੋਂ। लेकिन मैं एक गल कहां कि ये किताबों में छपते 2000 रुपया किसानां दे खात्यां च गया कि नहीं गया? करो किसानां दा गल नहीं है, ये ते सिर्फ चाहत सिर्फ खात्यां दे गरीबां ने फ्री गैस सिलेंडर मिले कि नहीं मिले? करो गरीबां दा गल, लेडीज किसे नु टका नहीं मिलिया। तब भंडारी जी कह रहे हैं कि टका नहीं मिलेगा, कोई नहीं आया, सब कागजात की गल होना ना मिले कि नहीं मिले। भंडारी साहब को फोन लगा हवा च छड्डी जाने, हवा च सुन मारन नाल नहीं कुछ होना। बटवा जी जवाब दे भंडारी जी, भंडारी ਜਿਹੜੇ जी स्मार्टफोन ਤੁਸੀਂ ਕਹਿੰਦੇ ਸੀ, बटवा जी ਕਿੱਥੇ ਗਏ स्मार्टफोन? ਜਿਹੜੀਆਂ ਨੌਕਰੀਆਂ ਤੁਸੀਂ ਕਹਿੰਦੇ ਸੀ, ਕਿੱਥੇ ਗਈਆਂ ਨੌਕਰੀਆਂ? ਉਹ ਗੁਟਕਾ ਸਾਹਿਬ ਫੜ ਕੇ ਕੈਪਟਨ ਨੇ ਜਿਹੜਾ ਕਿਹਾ ਸੀ ਕਿ ਮੈਂ ਮਹੀਨੇ ਜਾ ਕਰ ਦੂੰ, ਅਨਪਲਾਇਮੈਂਟ ਖਤਮ ਕਰ ਦੂੰ, ਉਹ ਕਿੱਥੇ ਗਈ? अपनी ਜਿਹੜੀ ਨਾ ਪੀੜੀ ਥੱਲੇ ਸੋਟਾ ਮਾਰੋ ਪਹਿਲਾਂ, ਜੋ ਕੇਂਦਰ ਸਰਕਾਰ ਕਰ ਰਹੀ ਹੈ ਤੁਹਾਡੇ ਵਾਂਗੂ ਨਹੀਂ ਕੀਤੀ। 1,76,000 ਕਰੋੜ ਦਾ ਇਹ 2G ਸਪੈਕਟਰਮ, 70,000 ਕਰੋੜ ਰੁਪਏ ਦਾ ਪਵਨ ਵੈਲਥ ਘੁਟਾਲਾ, ਭੰਡਾਰੀ ਲਗਭਗ 10 ਭੰਡਾਰੀ ਜੀ ਵਾਪਸ ਆਉਣਾ ਤੁਹਾਡੇ ਕੋਲ ਘੁਟਾਲਾ, ਘੁਟਾਲਿਆਂ ਦੀ ਪਾਰਟੀ ਹੈ ਤੁਸੀਂ। ਅੱਜ ਵੀ ਤੁਹਾਡਾ ਇਹ ਹਾਲ ਹੈ ਕਿ ਉਹ राजीव गांधी फाउंडेशन और 7 जुलाई को चाइना को पहला भी कर रहे हैं। भंडारी जी वापस होने खत जरा पीएम ਦਾ ਖਾਤਾ ਉਹ ਚੋ ਲੈਂਦੇ ਨੇ ਦੋਨਾਂ ਸਰਕਾਰਾਂ ਤੱਕ। ਫਾਊਂਡ ਭੰਡਾਰੀ ਜੀ ਕੋਲ ਸ਼ਾਇਦ ਆਵਾਜ਼ ਨਹੀਂ ਜਾ ਰਹੀ ਸਾਡੀ। ਭੰਡਾਰੀ ਜੀ ਬਲਟਵਾ ਜੀ ਨੂੰ ਆਪਣੀ ਗੱਲ ਰੱਖ ਦੇਣ ਦਿਓ। ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਜੀ ਬਲਟਵਾ ਜੀ। ਇਸ ਕਰਕੇ ਜਿਹੜਾ ਆ ਭਾਵੇਂ ਇਹ ਨਹੀਂਗਾ ਕਿ ਅਸੀਂ 7 ਜੁਲਾਈ ਨੂੰ ਕਰ ਰਹੇ ਹਾਂ, ਜੇ ਲੋੜ ਪਊਗੀ ਤੇ ਇਸ ਤੋਂ ਅਗਾਂਹ ਵੀ ਕਰਾਂਗੇ। ਜਿੱਥੇ ਵੀ ਕਿਤੇ ਦੇਸ਼ ਦੇ ਲੋਕਾਂ ਨਾਲ ਧੱਕਾ ਹੋਗਾ ਉਹ ਕਰਾਂਗੇ। ਔਰ ਪਿਛਲੇ ਦਿਨੀ ਜਿਹੜਾ ਅਸੀਂ ਵਿਖਾਵਾ ਕੀਤਾ ਸੀਗਾ ਕਾਂਗਰਸ ਹਕੂਮਤ ਦੇ ਵਿਰੁੱਧ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਰੁੱਧ, ਇਹ ਕਹਿੰਦੇ ਕਿ ਗਰੀਬਾਂ ਦੇ ਬੜੇ ਹਮਾਇਤੀ, ਗਰੀਬਾਂ ਦੇ ਨੀਲੇ ਕਾਰਡ ਹੀ ਕੱਟਤੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਾਣਾ ਪਿਆ। ਔਰ ਉੱਥੇ ਜਾ ਕੇ ਪੰਜਾਬ ਸਰਕਾਰ ਨੇ ਆਪਦੀ ਗਲਤੀ ਮੰਨੀ ਕਿ ਵਾਕਿਆ ਸਾਡੇ ਕੋਲੋਂ ਗਰੀਬਾਂ ਦੇ ਕਾਰਡ ਕੱਟੇ ਗਏ, ਅਸੀਂ ਗਰੀਬਾਂ ਨੂੰ ਰਾਸ਼ਨ ਦੇਵਾਂਗੇ। ਉੱਥੇ ਕਹਿ ਤੇ ਆਏ ਆ, ਰਾਸ਼ਨ ਅਜੇ ਤੱਕ ਨਹੀਂ ਦਿੱਤਾ। ਜਿਹੜਾ ਮੋਦੀ ਸਾਹਿਬ ਵੱਲੋਂ ਰਾਸ਼ਨ ਆਇਆ ਹੈ ਉਹ ਅੱਜ ਵੀ ਸਰਪੰਚਾਂ ਦੇ ਘਰਾਂ 'ਚ ਢੇਰ ਲੱਗੇ ਪਏ ਨੇ, ਅੱਜ ਵੀ ਤੇ 5 ਮਹੀਨਿਆਂ ਦਾ ਹੋਰ ਆ ਰਿਹਾ ਹੈ। ਕੀ ਉਹ ਰਾਸ਼ਨ ਕੇਵਲ ਤੇ ਕੇਵਲ ਕਾਂਗਰਸੀਆਂ ਵਾਸਤੇ ਹੈ? ਕਾਂਗਰਸੀ ਸਰਪੰਚਾਂ ਵਾਸਤੇ ਹੈ? ਕਾਂਗਰਸੀ ਮੋਹਤਬਰਾਂ ਵਾਸਤੇ ਹੈ? ਗਰੀਬਾਂ ਵਾਸਤੇ ਨਹੀਂ, ਜਿਨ੍ਹਾਂ ਵਾਸਤੇ ਭਾਰਤ ਸਰਕਾਰ ਭੇਜ ਰਹੀ ਹੈ, ਕੀ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ? ਇਸ ਕਰਕੇ ਜਿਹੜਾ ਹੈ ਨੀਲੇ ਕਾਰਡ ਕੱਟਣ ਵਾਲੇ ਗਰੀਬਾਂ ਦਾ ਰਾਸ਼ਨ ਖਾਣ ਵਾਲੇ, ਅੱਜ ਜਿਹੜੇ ਵੇਰਕਾ ਸਾਹਿਬ ਤੇ ਇਹਨਾਂ ਦੀ ਜਿਹੜੀ ਕਾਂਗਰਸ ਪਾਰਟੀ ਹੈ, ਪੰਜਾਬ ਸਰਕਾਰ ਹੈਰਾਨੀ ਦੀ ਗੱਲ ਹੈ, ਹਮਦਰਦ ਬਣ ਰਹੀ ਹੈ। ਔਰ ਇੱਕ ਬੰਨੇ ਗਲਤੀ ਵੀ ਮੰਨ ਰਹੇ ਹੈ ਕਿ ਅਸੀਂ ਗਰੀਬਾਂ ਨਾਲ ਧੱਕਾ ਕੀਤਾ, ਗਰੀਬਾਂ ਦੇ ਨੀਲੇ ਕਾਰਡ ਕੱਟ ਦਿੱਤੇ ਹੈ। ਇਸ ਕਰਕੇ ਇਹ ਪਤਾ ਨਹੀਂ ਇਹ ਮੰਨ ਚੁੱਕੇ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦਿਲੋਂ ਧਾਰ ਚੁੱਕੇ ਆ ਕਿ ਗਾਂ ਤੇ ਮੈਂ ਤੇ ਆਉਣਾ ਨਹੀਂ ਤੇ ਕਾਂਗਰਸ ਨੂੰ ਵੀ ਆਉਣ ਜੋਗੇ ਨਹੀਂ ਛੱਡਣਾ। ਸ਼ਾਇਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿਸੇ ਦਾ ਵੀ ਪੈਰ ਨਾ ਪਵੇ 2022 ਦੇ ਵਿੱਚ। ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਜਾਣੇ ਹੈ ਕਿ ਕੋਈ ਐਮਐਲਏ ਜਿੱਤ ਕੇ ਹੀ ਨਾ ਆਵੇ ਕਾਂਗਰਸ ਦਾ। ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ। ਅਸੀਂ ਕਹਿੰਦੇ ਹਾਂ ਕਿ ਅਜਿਹੇ ਹਾਲਾਤ ਪੈਦਾ ਨਾ ਕਰੋ। ਤੁਸੀਂ ਜੋ ਮਰਜ਼ ਧਾਰਿਆ ਆ ਜਾਂ ਤੁਸੀਂ ਹਥਿਆਰ ਸੁੱਟ ਚੁੱਕੇ ਜੇ, ਉਹ ਗੱਲ ਵੱਖਰੀ ਹੈ, ਪਰ ਲੋਕਾਂ ਦੇ ਉੱਤੇ ਤਰਸ ਕਰੋ, ਲੋਕਾਂ ਦੇ ਉੱਤੇ ਰਹਿਮ ਕਰੋ। ਔਰ ਜਿਹੜਾ ਰਾਸ਼ਨ ਗਰੀਬਾਂ ਤੱਕ ਪਹੁੰਚਣਾ ਚਾਹੀਦਾ ਪਹੁੰਚਾਓ। ਔਰ ਜੇ ਕੋਈ ਡੀਪੂ ਹੋਲਡਰ ਕਹਿੰਦਾ ਕਿ ਗਰੀਬਾਂ ਨੂੰ ਮੈਂ ਦੇਣਾ ਆ ਤੇ ਸਰਪੰਚ ਰਾਹੀਂ ਨਹੀਂ ਵੰਡਣਾ, ਉਹਦਾ ਜਿਹੜਾ ਡੀਪੂ ਜਿਹੜਾ ਕੈਂਸਲ ਕਰਕੇ ਹੋਰ ਕਿਹਨਾਂ ਜੋੜ ਦਿੱਤਾ ਜਾਂਦਾ। ਸਰਪੰਚਾਂ ਨੂੰ ਕੀ ਹੈ ਹੱਕ ਹੈ ਕਿ ਗਰੀਬਾਂ ਦਾ ਰਾਸ਼ਨ ਆਇਆ ਹੋਇਆ ਸਰਪੰਚ ਵੰਡਣ, ਸਰਪੰਚ ਆਪਦੇ ਘਰ ਭਰਨ, ਆਪਦੇ ਚਹੇਤਿਆਂ ਨੂੰ ਚੁਕਾਉਣ। ਇਸ ਕਰਕੇ ਜਿਹੜੀ ਆ ਕਾਂਗਰਸ ਪਾਰਟੀ ਜਿਹੜੀ ਆ ਪਿੰਡਾਂ ਦੇ ਵਿੱਚ ਜਾ ਕੇ, ਤੁਸੀਂ ਯਾਦਵਿੰਦਰ ਜੀ ਪਿੰਡਾਂ ਨਾਲ ਜੁੜੇ ਹੋਏ ਜੇ, ਪਿੰਡਾਂ ਨਾਲ ਸੰਬੰਧਿਤ ਜੇ ਆਪਦੇ ਪਿੰਡ 'ਚ ਹੀ ਪੁੱਛ ਕੇ ਦੇਖ ਲਓ ਕਿ ਉੱਥੇ ਕਾਂਗਰਸੀਆਂ ਤੋਂ ਇਲਾਵਾ ਕਿਸੇ ਨੂੰ ਰਾਸ਼ਨ ਮਿਲਿਆ, ਕਿਸੇ ਨੂੰ ਰਾਸ਼ਨ ਮਿਲਿਆ ਕਿਸੇ ਹੋਰ ਨੂੰ। ਇਸ ਕਰਕੇ ਵੇਰਕਾ ਜੀ ਤੋਂ ਆਪਾਂ ਜਵਾਬ ਲੈ ਲਈਏ। ਵੇਰਕਾ ਜੀ ਤੋਂ ਟਿੱਪਣੀ ਲੈ ਲਈਏ। ਬਲਟਵਾ ਜੀ ਤੁਹਾਡੇ ਕੋਲ ਆ, ਕੀ ਇਹ ਹੋ ਰਿਹਾ? ਵੇਰਕਾ ਜੀ ਕੀ ਇਹ ਹੋ ਰਿਹਾ ਹੈਗਾ? ਇਹ ਕਹਿ ਰਿਹਾ ਕਿ ਤੁਹਾਡੇ ਕੋਲ ਮੋਰਲ ਰਾਈਟ ਹੀ ਨਹੀਂ ਹੈਗਾ ਇਹ ਚੀਜ਼ਾਂ ਦੀਆਂ ਗੱਲਾਂ ਕਰਨ ਦਾ ਕਿ ਡੀਜ਼ਲ ਦੇ ਰੇਟ ਘਟਾ ਦਿਓ, ਪੈਟਰੋਲ ਦੇ ਘਟਾ ਦਿਓ, ਕਿਉਂਕਿ ਤੁਸੀਂ ਤਾਂ ਲਗਾਤਾਰ ਇਸ ਮਸਲੇ ਦੇ ਉੱਤੇ ਫੇਲ ਹੋ। ਜੋ ਕੇਂਦਰ ਵੱਲੋਂ ਆ ਰਿਹਾ ਉਹ ਵੀ ਸਾਰਿਆਂ ਨੂੰ ਸਾਂਝਾ ਨਹੀਂ ਦੇ ਰਹੇ, ਉਹ ਵੀ ਸਿਰਫ ਕਾਂਗਰਸੀਆਂ ਕੋਲ ਜਾ ਰਿਹਾ। ਮੇਰੀ ਗੱਲ ਸੁਣੋ ਯਾਦਵਿੰਦਰ, ਡੀਜ਼ਲ ਪੈਟਰੋਲ ਦੇ ਉੱਪਰ ਜੇ ਸਾਨੂੰ ਕਹਿਣ ਦਾ ਰਾਈਟ ਨਹੀਂ
ਤੇ ਭਈ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹਨੂੰ ਕਿਹੜਾ ਰਾਈਟ ਹੈ? ਉੱਥੇ ਤੇ ਹਰਸਿਮਰਨ ਕੌਰ ਬਾਦਲ ਕੈਬਨਿਟ 'ਚ ਬਹਿ ਕੇ ਫੈਸਲੇ ਕਰ ਰਹੇ ਹੈ ਔਰ ਇੱਥੇ ਇਹ ਗੱਲ ਕਹਿ ਰਹੇ ਹੈ ਕਿ ਅਸੀਂ ਪ੍ਰੋਟੈਸਟ ਕਰਾਂਗੇ। ਅਗਰ ਪ੍ਰੋਟੈਸਟ ਕਰਨਾ ਨਾ ਵਲਟੋਆ ਸਾਹਿਬ, ਭੈਣ ਹਰਸਿਮਰਨ ਕੌਰ ਬਾਦਲ ਨੂੰ ਕੋ ਅਸਤੀਫਾ ਦੇ ਕੇ ਵਾਪਸ ਆਵੇ, ਫਿਰ ਕਰਨੇ ਇੱਥੇ ਪ੍ਰੋਟੈਸਟ। ਔਰ ਦੂਸਰੀ ਗੱਲ, ਜਿੱਥੋਂ ਤੱਕ ਨੀਲੇ ਕਾਟਾਂ ਦਾ ਸਵਾਲ ਹੈ, ਬਈ ਨੀਲੇ ਕਾਟਾਂ ਦਾ ਫੋਲਡਰ ਇਹ ਗਵਰਨਮੈਂਟ ਆਫ ਇੰਡੀਆ ਤੋਂ ਖੁੱਲਦਾ, ਉਹ ਸਾਡੇ ਤੋਂ ਨਹੀਂ ਖੁੱਲਦਾ। ਇਹ ਗਵਰਨਮੈਂਟ ਆਫ ਇੰਡੀਆ ਦਾ ਫੋਲਡਰ ਹੈ, ਆਨਲਾਈਨ ਉੱਥੇ ਅਪਲਾਈ ਹੁੰਦਾ ਹੈ, ਕਾਰਡ ਉੱਥੇ ਬਣਦੇ ਆ। ਬਿਲਕੁਲ ਗਲਤ ਗੱਲ, ਬਿਲਕੁਲ ਗਲਤ ਗੱਲ, ਇਹ ਤੇ ਬਿਲਕੁਲ ਗਲਤ ਗੱਲ, ਝੂਠ ਬੋਲ ਰਹੇ ਨੇ, ਮੰਨਦੇ ਆ। ਨਹੀਂ ਤੁਹਾਡੇ ਸਿਵਲ ਸਪਲਾਈ ਡਿਪਾਰਟਮੈਂਟ ਤੇ ਆਉਂਦੇ ਨੇ ਵੇਰਕਾ ਜੀ, ਇਹ ਲਫ਼ਜ਼ ਵਾਪਸ ਲਓ, ਝੂਠ ਬੋਲ ਰਹੇ ਨੇ, ਗੁੰਮਰਾਹ ਕਰ ਰਹੇ ਨੇ, ਧੋਖਾ ਕਰ ਰਹੇ ਨੇ, ਗਰੀਬਾਂ ਨਾਲ ਧੋਖਾ ਕਰ ਰਹੇ ਨੇ। ਤੁਸੀਂ ਆਪ ਸ਼ਡਿਊਲ ਕਾਸਟ ਭਾਈਚਾਰੇ ਦੇ ਬੰਦੇ ਜੇ, ਏਡਾ ਵੱਡਾ ਨਾਲ ਦਾ ਕੋਈ ਵੱਡਾ ਝੂਠ ਹੀ ਨਹੀਂ ਹੋ ਸਕਦਾ। ਏਡਾ ਵੱਡਾ ਗਰੀਬਾਂ ਨਾਲ ਧੋਖਾ, ਏਡਾ ਵੱਡਾ ਗਰੀਬਾਂ ਨਾਲ ਫੋਲਡਰ ਨਹੀਂ ਹੈ। ਹੁਣ ਗੱਲ ਹੈ ਵੇਰਕਾ ਸਾਹਿਬ, ਹੁਣ ਪਤਲੀ ਗਲੀ ਚੋਂ ਨਿਕਲ ਰਹੇ ਨੇ, ਪਤਲੀ ਗਲੀ ਚੋਂ ਭੱਜ ਰਹੇ ਨੇ, ਗਵਰਨਮੈਂਟ ਆਫ ਇੰਡੀਆ ਆ ਗਈ। ਹੁਣ ਨੀਲੇ ਕਾਰਡ ਸਟੇਟ ਗਵਰਨਮੈਂਟ ਦੇ ਹੈ, ਨੀਲੇ ਕਾਰਡ ਸਟੇਟ ਗਵਰਨਮੈਂਟ ਦੇ ਹੈ। ਵੇਰਕਾ ਜੀ ਸਾਡੇ ਕੋਲ ਟਾਈਮ, ਜੀ ਵੇਰਕਾ ਜੀ, ਵਲਟੋਆ ਜੀ, ਸਾਡੇ ਕੋਲ ਟਾਈਮ ਨਹੀਂ ਸੀਗਾ, ਭੰਡਾਰੀ ਜੀ ਨਹੀਂ ਟਾਈਮ ਸੀ। ਵੇਰਕਾ ਜੀ ਤੁਹਾਡਾ ਇਹ ਕਹਿਣਾ ਹੈਗਾ ਕਿ ਸਰਕਾਰ ਕਰ ਰਹੀ ਹੈ, ਅਸੀਂ ਕੋਈ ਧੱਕਾ ਨਹੀਂ ਕਰ ਰਹੇ ਨੀਲੇ ਕਾਰਡਾਂ 'ਚ। ਵਲਟੋਆ ਜੀ ਹੋਰਾਂ ਦਾ ਇਲਜ਼ਾਮ ਆ ਤੇ ਪੈਟਰੋਲ ਡੀਜ਼ਲ ਦੇ ਮਸਲੇ ਦੇ ਉੱਤੇ ਅਕਾਲੀ ਦਲ ਤੇ ਕਾਂਗਰਸ ਦੋਵੇਂ ਕੇਂਦਰ ਖਿਲਾਫ ਪ੍ਰੋਟੈਸਟ ਕਰ ਰਹੇ ਨੇ। ਵਲਟੋਆ ਦਾ ਕਹਿਣਾ ਕਿ ਅਸੀਂ ਅਗਲੇ ਦਿਨਾਂ 'ਚ ਵੀ ਕਰਾਂਗੇ, ਜਦੋਂ ਕਿ ਬੀਜੇਪੀ ਕਹਿ ਰਹੀ ਹੈ ਕਿ ਨਹੀਂ ਅਸੀਂ ਸਭ ਠੀਕ ਕਰ ਰਹੇ ਹਾਂ। ਤਾਂ ਅਸੀਂ ਪ੍ਰਾਈਮ ਟਾਈਮ ਚਰਚਾ ਹੀ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਆਉਣ ਵਾਲੇ ਦਿਨਾਂ 'ਚ ਰਾਜਨੀਤੀ ਭਖਣ ਜਾ ਰਹੀ ਹੈ ਤੇ ਅਕਾਲੀ ਦਲ ਤੇ ਬੀਜੇਪੀ ਆਮੋ ਸਾਹਮਣੇ ਹੋ ਰਹੇ ਨੇ ਇਸ ਮਸਲੇ ਤੇ। ਤੁਸੀਂ ਦੇਖ ਰਹੇ ਸੀ ਪ੍ਰਾਈਮ ਟਾਈਮ। ਅੱਗੇ ਦੇਖੋ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ।